ਜੇਪੀ ਨੱਡਾ ਜਿਹੜੇ ਬੀਜੇਪੀ ਦੇ ਕੌਮੀ ਪ੍ਰਧਾਨ ਨੇ, ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਕਿ ਜਿਹੜੇ ਰੌਲਾ ਰੱਪਾ ਪਾਉਣ ਵਾਲੇ ਨੇ ਕਿਸਾਨਾਂ ਦੇ ਵਿੱਚ, ਉਹ ਵਿਚੋਲੀਏ ਨੇ। ਪਾਰਲੀਮੈਂਟ ਨੂੰ ਕਹੀਏ ਕਿ ਪਾਰਲੀਮੈਂਟ ਤਾਂ ਇੱਕ ਦਲਾਲਾਂ ਦੀ ਸੰਸਥਾ ਹੈ ਜਾਂ ਵਿਕੇ ਹੋਏ ਲੋਕਾਂ ਦੀ ਸੰਸਥਾ ਹੈ ਜਾਂ ਕ੍ਰਿਮੀਨਲ ਦੀ ਸੰਸਥਾ ਹੈ, ਤੇ ਬਹੁਤ ਵੱਡਾ ਤੋਹੀਨ ਹੋਏਗੀ ਪਾਰਲੀਮੈਂਟ। ਡਾਕਟਰ ਦਰਸ਼ਨਪਾਲ ਨੇ ਉਹਨਾਂ ਨਾਲ ਵੀ ਗੱਲ ਕੀਤੀ ਸੀ। ਉਹਨਾਂ ਨੇ ਵੀ ਕਿਹਾ ਕਿ ਜਿਹੜਾ ਅਦਾਲਤੀ ਚੱਕਰ ਹੈ ਉਹ ਹੁੰਦਾ ਤਾਂ ਲੰਮਾ ਹੈ, ਪਰ ਚਲੋ ਸਰਕਾਰ ਨੇ ਜੋ ਫੈਸਲਾ ਕੀਤਾ ਹੈ ਉਹ ਠੀਕ ਹੈ। ਇਹ ਡਰਾਉਂਦਾ ਬਹੁਤ ਹੈ। ਵੱਡੇ ਵੱਡੇ ਜਿਹੜੇ ਕਾਰਪੋਰੇਸ਼ਨ ਸਿਵਲ ਕੋਰਟ ਤੋਂ ਬਹੁਤ ਡਰਦੇ ਨੇ ਔਰ ਉਹਦੇ ਹੱਥ ਵਿੱਚ ਕੰਟਰੋਲ ਕਰ ਸਕਦੇ, ਕਿਉਂਕਿ ਅਸੀਂ ਆਪ ਤਜਰਬਾ ਦੇਖਿਆ। ਕੇਂਦਰ ਦੇ ਖੇਤੀ ਕਾਨੂੰਨ ਤੇ ਪੰਜਾਬ ਦੇ ਖੇਤੀ ਬਿੱਲਾਂ ਦੇ ਵਿੱਚ ਕਾਨੂੰਨੀ ਨਜ਼ਰੀਏ ਦੇ ਨਾਲ ਕੀ ਫਰਕ ਲੱਗਦਾ ਤੁਹਾਨੂੰ? ਕਦੀ ਵੀ ਖਰੀਦੀਏ, ਕਿੰਨਾ ਮਰਜ਼ੀ ਖਰੀਦ ਲਈਏ, ਕਿੱਥੇ ਮਰਜ਼ੀ ਗੋਦਾਮ ਬਣਾ ਲਏ, ਕਿੱਥੇ ਹੀ ਉਹ ਰੱਖ ਸਕੇ ਔਰ ਜਿਹਨੂੰ ਮਰਜ਼ੀ ਸਬਸਿਡੀ ਵੇਚ ਸਕੇ। ਇਹ ਸਾਰੀਆਂ ਆਜ਼ਾਦੀਆਂ ਪੰਜਾਬ ਦੇ ਜਿਹੜੇ ਅਮੈਂਡਮੈਂਟ ਐਕਟ ਨੇ ਖਤਮ ਕਰਤੀਆਂ। ਬੈਂਸ ਸਾਹਿਬ, ਜੇ ਆਪਾਂ ਕੱਲੇ ਕਾਨੂੰਨੀ ਨੁਕਤੇ ਦੀ ਗੱਲ ਕਰੀਏ ਕਿ ਖੇਤੀ ਕਾਨੂੰਨ ਦਾ ਜਿਹੜੇ 3 ਬਿੱਲ ਲਿਆਂਦੇ ਗਏ ਨੇ ਤੇ ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੇ ਬਿੱਲ ਪਾਸ ਹੋਏ ਨੇ, ਉਹ ਇੱਕ ਦੂਜੇ ਨੂੰ ਕਿਵੇਂ ਕੱਟ ਕਰਦੇ ਨੇ? ਫਿਰ ਉਹ ਉਸ ਤੋਂ ਭੱਜ ਨਹੀਂ ਸਕਦਾ। ਉਹਦੇ ਮੁਤਾਬਿਕ ਉਹਨੂੰ ਖੇਤੀ ਕਰਨੀ ਪਏਗੀ, ਉਦਾਂ ਹੀ ਜੋ ਕਹੇਗਾ ਉਹੀ ਖਾਦ ਪਾਣੀ ਪਏਗੀ, ਜਿੱਦਾਂ ਉਹ ਕਹੇਗਾ ਉਹੀ ਬੀਜ ਕਰਨਾ ਪਏਗਾ, ਤਾਂ ਉਹੀ ਫਿਰ ਪੈਸੇ ਦੇਗਾ ਤੇ ਖਰੀਦੇਗਾ। ਇਹ ਜਿਹੜੇ ਬਿੱਲ ਨੇ ਇਹਦੇ ਵਿੱਚ ਐਮਐਸਪੀ ਨੂੰ ਲੈ ਕੇ ਵੀ ਜ਼ਿਕਰ ਕੀਤਾ ਗਿਆ ਕਿ ਐਮਐਸਪੀ ਸਿਰਫ ਕਣਕ ਤੇ ਝੋਨੇ ਦਾ ਜ਼ਿਕਰ ਕੀਤਾ, ਬਾਕੀ ਫਸਲਾਂ ਦਾ ਜ਼ਿਕਰ ਨਹੀਂ ਕੀਤਾ। ਕਿ ਇਹਦੇ ਉੱਤੇ ਕੋਈ ਕਾਨੂੰਨੀ ਲੜਾਈ ਬਣਦੀ ਹੈ ਕਿ ਬਾਕੀ ਫਸਲਾਂ ਦਾ ਵੀ ਜ਼ਿਕਰ ਕੀਤਾ ਜਾਵੇ? ਤੁਸੀਂ ਸਿਵਲ ਕੋਰਟ ਕੋਲ ਜਾ ਸਕਦੇ ਹੋ, ਤੁਸੀਂ ਕੰਜ਼ਿਊਮਰ ਕੋਰਟ ਕੋਲ ਜਾ ਸਕਦੇ ਹੋ, ਤੁਸੀਂ ਪੁਲਿਸ ਕੋਲ ਜਾ ਸਕਦੇ ਹੋ, ਤੁਸੀਂ ਐਡਮਿਨਿਸਟ੍ਰੇਸ਼ਨ ਕੋਲ ਵੀ ਜਾ ਸਕਦੇ ਹੋ। ਐਮਐਸਪੀ ਦਾ ਕਾਨੂੰਨ ਬਣਾ ਦਿੱਤਾ ਜਾਵੇ। ਕਿਸਾਨ ਲਗਾਤਾਰ ਇਸ ਮੰਗ ਤੇ ਅੜੇ ਹੋਏ ਨੇ। ਜੇ ਕਾਨੂੰਨ ਬਣ ਜਾਂਦਾ ਹੈ ਤਾਂ ਕੀ ਇਹਦੇ ਨਾਲ ਜਿਹੜਾ ਕਿਸਾਨ ਸੰਤੁਸ਼ਟ ਹੋ ਜਾਣਗੇ ਜਾਂ ਕਿਸਾਨਾਂ ਨੂੰ ਕੋਈ ਫਾਇਦਾ ਹੋਏਗਾ, ਜਾਂ ਇਹਦੇ ਵਿੱਚ ਵੀ ਕੋਈ ਨਾ ਕੋਈ ਪੇਚਾ ਫੇਰ ਅੜ ਜਾਣਾ ਅੱਗੇ ਜਾ ਕੇ? ਸੋ ਸਰਕਾਰ ਇੰਨੀ ਢੀਠ ਹੈ ਕਿ ਉਹਨਾਂ ਨੂੰ ਸਵਾਏ ਐਜੂਕੇਸ਼ਨ ਦਾ ਹੋਰ ਕੋਈ ਤਰੀਕਾ ਸਮਝ ਵੀ ਨਹੀਂ ਆਉਂਦਾ। ਤਾਂ ਉਸ ਕਰਕੇ ਕਿਸਾਨਾਂ ਨੂੰ ਪੰਜਾਬ ਗਵਰਨਮੈਂਟ ਦਾ ਇੱਕ ਮੋਰਲ ਸਟੇਟਮੈਂਟ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਲੋਕਰੰਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਕਿਸਾਨਾਂ ਦੇ ਸੰਘਰਸ਼ ਨੂੰ ਲੈ ਕੇ ਲਗਾਤਾਰ ਜਿਹੜਾ ਕਿਸਾਨ ਸੜਕਾਂ ਦੇ ਉੱਤੇ ਨੇ, ਇਸ ਦੇ ਵਿਚਾਲੇ ਕਾਨੂੰਨੀ ਨੁਕਤਿਆਂ ਦੇ ਉੱਤੇ ਵੀ ਜਿਹੜਾ ਵਿਚਾਰ ਕਰਨ ਦੀ ਲੋੜ ਹੈ, ਕਿਉਂਕਿ ਜਦੋਂ ਖੇਤੀ ਕਾਨੂੰਨ ਆਉਂਦੇ ਨੇ ਤਾਂ ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠਦੇ ਨੇ। ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੇ ਵਿੱਚ ਖੇਤੀ ਬਿੱਲ ਲਿਆਂਦੇ ਗਏ। ਕਾਨੂੰਨੀ ਤੌਰ ਤੇ ਇਸ ਨੂੰ ਕਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ, ਕਿਸ ਤਰ੍ਹਾਂ ਜਿਹੜਾ ਇਹਨਾਂ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ? ਜੇਕਰ ਰਾਸ਼ਟਰਪਤੀ ਸਾਹਿਬ ਹਸਤਾਖਰ ਨਹੀਂ ਕਰਦੇ ਤਾਂ ਸੁਪਰੀਮ ਕੋਰਟ ਵਿੱਚ ਕਿਸ ਤਰ੍ਹਾਂ ਦਾ ਇਸ ਨੂੰ ਲਿਜਾਇਆ ਜਾ ਸਕਦਾ, ਕਿਸ ਤਰੀਕੇ ਦੇ ਨਾਲ, ਉਸ ਉੱਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਐਡਵੋਕੇਟ ਆਰਐਸ ਬੈਂਸ ਮੌਜੂਦ ਨੇ। ਬੈਂਸ ਸਾਹਿਬ, ਤੁਹਾਡਾ ਸਵਾਗਤ ਹੈ ਲੋਕਰੰਜ ਚੈਨਲ ਪੰਜਾਬੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬੈਂਸ ਸਾਹਿਬ, ਇੱਕ ਦੱਸੋ ਕਿ ਕੇਂਦਰ ਦੇ ਖੇਤੀ ਕਾਨੂੰਨ ਤੇ ਪੰਜਾਬ ਦੇ ਖੇਤੀ ਬਿੱਲਾਂ ਦੇ ਵਿੱਚ ਕਾਨੂੰਨੀ ਨਜ਼ਰੀਏ ਦੇ ਨਾਲ ਕੀ ਫਰਕ ਲੱਗਦਾ ਤੁਹਾਨੂੰ? ਇਹ ਬਿਲਕੁਲ ਇੱਕ ਦੂਜੇ ਦੇ ਖਿਲਾਫ ਹੈ ਜੀ। ਜੇ ਪੰਜਾਬ ਦਾ ਜਿਹੜਾ ਅਮੈਂਡਮੈਂਟ ਐਕਟ ਆਪਾਂ ਦੇਖੀਏ ਤਾਂ ਇਹ ਜੋ ਸੈਂਟਰਲ ਗਵਰਨਮੈਂਟ ਨੇ ਆਜ਼ਾਦੀ ਦਿੱਤੀਆਂ ਸੀ ਵੱਡੇ ਬਿਜ਼ਨਸਮੈਨ ਨੂੰ ਜਾਂ ਵੱਡੇ ਖਰੀਦਦਾਰ ਨੂੰ, ਜਾਂ ਇਹ ਆਜ਼ਾਦੀ ਦਿੱਤੀ ਸੀ ਕਿ ਬਿਨਾਂ ਟੈਕਸ ਕੀਤੇ ਕਿਸੇ ਤੋਂ ਵੀ ਖਰੀਦ ਲਵੇ, ਕਦੀ ਵੀ ਖਰੀਦੀਏ, ਕਿੰਨਾ ਮਰਜ਼ੀ ਖਰੀਦ ਲਈਏ, ਕਿੱਥੇ ਮਰਜ਼ੀ ਗੋਦਾਮ ਬਣਾ ਲਏ, ਕਿੱਥੇ ਹੀ ਉਹ ਰੱਖ ਸਕੇ ਔਰ ਜਿਹਨੂੰ ਮਰਜ਼ੀ ਸਬਸਿਡੀ ਵੇਚ ਸਕੇ। ਇਹ ਸਾਰੀਆਂ ਆਜ਼ਾਦੀਆਂ ਪੰਜਾਬ ਦੇ ਜਿਹੜੇ ਅਮੈਂਡਮੈਂਟ ਐਕਟ ਨੇ ਖਤਮ ਕਰਤੀਆਂ। ਰਾਦਰ ਇਹਨਾਂ ਨੇ ਕਿਹਾ ਕਿ ਜੇ ਸਾਡੇ ਮੰਡੀ ਐਕਟ ਦੇ ਮੁਤਾਬਿਕ ਤੁਸੀਂ ਨਹੀਂ ਕਰੋਗੇ ਤਾਂ ਅਸੀਂ ਉਹਨੂੰ ਕ੍ਰਿਮੀਨਲ ਅਫੈਂਸ ਬਣਾ ਕੇ ਤੁਹਾਨੂੰ ਸਜ਼ਾ ਦਿਵਾਵਾਂਗੇ। ਜੀ ਬੈਂਸ ਸਾਹਿਬ, ਜੇ ਆਪਾਂ ਕੱਲੇ ਕਾਨੂੰਨੀ ਨੁਕਤੇ ਦੀ ਗੱਲ ਕਰੀਏ ਕਿ ਖੇਤੀ ਕਾਨੂੰਨ ਦਾ ਜਿਹੜੇ 3 ਬਿੱਲ ਲਿਆਂਦੇ ਗਏ ਨੇ ਤੇ ਦੂਜੇ ਪਾਸੇ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜੇ ਬਿੱਲ ਪਾਸ ਹੋਏ ਨੇ, ਉਹ ਇੱਕ ਦੂਜੇ ਨੂੰ ਕਿਵੇਂ ਕੱਟ ਕਰਦੇ ਨੇ? ਸਭ ਤੋਂ ਵੱਡੀ ਗੱਲ ਹੈ ਕਿ ਉਹ ਜਿਹੜਾ ਕੇਂਦਰੀ ਕਾਨੂੰਨ ਸੀ ਉਹ ਕੰਟਰੈਕਟ ਫਾਰਮਿੰਗ ਨੂੰ ਬਿਲਕੁਲ ਆਜ਼ਾਦ ਕਰ ਦਿੰਦਾ ਸੀ ਕਿਸੇ ਵੀ ਰੈਗੂਲੇਸ਼ਨ ਤੋਂ। ਕੋਈ ਅਥਾਰਟੀ ਨਹੀਂ ਉਹਨੇ ਰੱਖੀ ਸੀ। ਕੋਈ ਬੰਦਾ ਚਾਹੇ ਛੋਟਾ ਹੋਵੇ ਵੱਡਾ ਹੋਵੇ, ਚਾਹੇ ਕਿਸੇ ਵੀ ਕਿਸਾਨ ਤੋਂ ਸਿੱਧੀ ਇੱਕ ਐਗਰੀਮੈਂਟ ਕਰ ਲਏ, ਉਸ ਤੇ ਸਾਈਨ ਹੋ ਜਾਣ ਤੇ ਫਿਰ ਉਹ ਕਿਸਾਨ ਉਸ ਪਰਚੇਜ਼ਰ ਦੇ ਨਾਲ ਬਿਲਕੁਲ ਕੰਟਰੈਕਟ ਐਕਟ ਦੇ ਮੁਤਾਬਿਕ ਬਾਉਂਡ ਹੋ ਜਾਂਦਾ ਹੈ। ਫਿਰ ਉਹ ਉਸ ਤੋਂ ਭੱਜ ਨਹੀਂ ਸਕਦਾ। ਉਹਦੇ ਮੁਤਾਬਿਕ ਉਹਨੂੰ ਖੇਤੀ ਕਰਨੀ ਪਏਗੀ, ਉਦਾਂ ਹੀ ਜੋ ਕਹੇਗਾ ਉਹੀ ਖਾਦ ਪਾਣੀ ਪਏਗੀ, ਜਿੱਦਾਂ ਉਹ ਕਹੇਗਾ ਉਹੀ ਬੀਜ ਕਰਨਾ ਪਏਗਾ, ਤਾਂ ਉਹੀ ਫਿਰ ਪੈਸੇ ਦੇਗਾ ਤੇ ਖਰੀਦੇਗਾ। ਤੇ ਇਸ ਕਰਕੇ ਮਗਰ ਉਹਦੇ ਚ ਇੱਕ ਘਾਟ ਸੀ ਕਿ ਬਹੁਤ ਜ਼ਿਆਦਾ ਬਹਾਨੇ ਦਿੱਤੇ ਗਏ ਸੀ। ਜਿਹੜਾ ਪਰਚੇਜ਼ਰ ਹੈ ਜਦੋਂ ਮਰਜ਼ੀ ਉਹ ਕੰਟਰੈਕਟ ਤੋਂ ਭੱਜ ਜਾਵੇ
ਭੱਜ ਕਿੱਦਾਂ ਜਾਵੇ? ਜੇ ਮੌਸਮ ਖਰਾਬ ਹੈ ਤਾਂ ਵੀ ਕਹਿੰਦੇ ਕੰਟਰੈਕਟ ਐਕਟ ਆਫ ਗॉड ਹੈ। ਜੇ ਜ਼ਿਆਦਾ ਫਲੱਡ ਆ ਗਿਆ ਜਾਂ ਅਕਾਲ ਪੈ ਗਿਆ ਜਾਂ ਕੋਈ ਹੋਰ ਗੱਲ ਆ ਗਈ ਤਾਂ ਫਸਲ ਨਹੀਂ ਹੋਈ ਤਾਂ ਵੀ ਉਹ ਕਹਿ ਸਕਦਾ ਕਿ ਮੈਂ ਨਹੀਂ ਹੁਣ ਫਸਲ ਲੈਣੀ ਤਾਂ ਮੈਂ ਤੁਹਾਨੂੰ ਪੈਸੇ ਨਹੀਂ ਦੇਣੇ। ਸੋ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਸੈਕਸ਼ਨ ਹੈ ਕਿਸਾਨਾਂ ਦੇ ਖਿਲਾਫ ਸੀ ਤੇ ਖਰੀਦਦਾਰ ਦੇ ਹੱਕ ਵਿੱਚ ਸੀ। ਜੀ ਤੇ ਖਰੀਦਦਾਰ ਸਾਰੇ ਪ੍ਰਾਈਵੇਟ ਬੰਦੇ ਹੋਣੇ ਸੀ ਕਿਉਂਕਿ ਸਰਕਾਰੀ ਏਜੰਸੀਆਂ ਨੇ ਤਾਂ ਇਸ ਐਕਟ ਥੱਲੇ ਖਰੀਦਣਾ ਨਹੀਂ ਸੀ। ਜੀ ਤਾਂ ਉਸ ਕਰਕੇ ਕਿਸਾਨਾਂ ਦਾ ਜਿਹੜੀ ਸ਼ੋਸ਼ਣ ਸੀ ਨਾ ਉਹਦੀ ਸੰਭਾਵਨਾ ਬਹੁਤ ਵੱਧ ਜਾਂਦੀ ਸੀ ਕਿਉਂਕਿ ਜੀ ਖਰੀਦਦਾਰ ਵੱਡੇ ਹੋਣਗੇ, ਕਿਸਾਨ ਛੋਟੇ ਹੋਣਗੇ ਔਰ ਇਸ ਕਰਕੇ ਕਿਸਾਨਾਂ ਨੂੰ ਇੱਕ ਤਰ੍ਹਾਂ ਦੀ ਉਹਨਾਂ ਦੀ ਸਾਰੀ ਮਜਬੂਰੀ ਕਹਿ ਲਓ ਜਾਂ ਉਹਨਾਂ ਦੀ ਮਜਬੂਰੀ ਦਾ ਫਾਇਦਾ ਵੱਡੇ ਪਰਚੇਜ਼ਰ ਲੈ ਸਕਦੇ ਸੀ। ਪੰਜਾਬ ਨੇ ਉਹ ਸਾਰੀ ਚੀਜ਼ ਨੂੰ ਕ੍ਰਿਮੀਨਲਾਈਜ਼ ਕਰਤਾ ਕਿ ਜੋ ਤੂੰ ਕੋਈ ਜਿਹੜਾ ਏਦਾਂ ਕਰੇਗਾ ਮਿਨੀਮਮ ਸਪੋਰਟ ਪ੍ਰਾਈਸ ਤੋਂ ਥੱਲੇ ਖਰੀਦੇਗਾ ਅਸੀਂ ਉਹਨਾਂ ਨੂੰ ਸਜ਼ਾ ਦੇਵਾਂਗੇ। ਜੀ ਠੀਕ ਹੈ। ਬੈਂਸ ਸਾਹਿਬ ਇੱਕ ਇਹ ਦੱਸੋ ਕਿ ਬਾਕੀ ਜਿਹੜੇ ਨੁਕਤੇ ਨੇ ਉਹ ਕੇਂਦਰ ਦੇ ਕਾਨੂੰਨਾਂ ਨੂੰ ਕਿਸ ਤਰ੍ਹਾਂ ਕਾਟ ਮਾਰਦੇ ਨੇ, ਕਿਉਂਕਿ ਲਗਾਤਾਰ ਸਵਾਲ ਜਿਹੜੇ ਨੇ ਹੁਣ ਪ੍ਰਧਾਨ ਮੰਤਰੀ ਸਾਹਿਬ ਦਾ ਵੀ ਬਿਆਨ ਤੁਸੀਂ ਸੁਣਿਆ ਹੋਣਾ, ਜੇਪੀ ਨੱਡਾ ਜਿਹੜੇ ਬੀਜੇਪੀ ਦੇ ਕੌਮੀ ਪ੍ਰਧਾਨ ਨੇ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਕਿ ਜਿਹੜੇ ਰੌਲਾ ਰੱਪਾ ਪਾਉਣ ਵਾਲੇ ਨੇ ਕਿਸਾਨਾਂ ਦੇ ਵਿੱਚ ਉਹ ਵਿਚੋਲੀਏ ਨੇ। ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਦੇਖੋ ਆਪਣੇ ਦੇਸ਼ ਦੇ ਸੂਬੇ ਦੀ ਅਸੈਂਬਲੀ ਨੂੰ ਇਹ ਕਹਿਣਾ ਕਿ ਉਹ ਵਿਚੋਲੀ ਹੈ ਇਹ ਕਿਸੇ ਵੀ ਸੰਵਿਧਾਨਿਕ ਮਰਿਆਦਾ ਦਾ ਕੋਈ ਉਲੰਘਣਾ ਹੈ। ਕੱਲ ਅਸੀਂ ਪਾਰਲੀਮੈਂਟ ਨੂੰ ਕਹੀਏ ਕਿ ਪਾਰਲੀਮੈਂਟ ਤਾਂ ਇੱਕ ਦਲਾਲਾਂ ਦੀ ਸੰਸਥਾ ਹੈ ਜਾਂ ਵਿਕੇ ਹੋਏ ਲੋਕਾਂ ਦੀ ਸੰਸਥਾ ਹੈ ਜਾਂ ਕ੍ਰਿਮੀਨਲ ਦੀ ਸੰਸਥਾ ਹੈ ਤੇ ਬਹੁਤ ਵੱਡਾ ਤੋਹੀਨ ਹੋਏਗੀ ਪਾਰਲੀਮੈਂਟ ਦੀ। ਤੇ ਇਸੇ ਲਈ ਸਟੇਟ ਲੈਵਲ ਤੇ ਸਟੇਟ ਅਸੈਂਬਲੀ ਵੀ ਪਾਰਲੀਮੈਂਟ ਹੀ ਹੈ ਪੰਜਾਬ ਦੇ ਲੋਕਾਂ ਦੀ। ਉਹਨਾਂ ਨੇ ਜੋ ਕਾਨੂੰਨ ਬਣਾਇਆ ਉਦਾਂ ਹੀ ਉਹਨਾਂ ਨੇ ਸਮਝ ਨਾਲ ਬਣਾਇਆ, ਆਪਣੀ ਸਮਝ ਨਾਲ, ਜਿਸ ਤਰ੍ਹਾਂ ਪਾਰਲੀਮੈਂਟ ਨੇ ਆਪਣੀ ਸਮਝ ਨਾਲ ਬਣਾਇਆ। तो ਇਸ ਕਰਕੇ ਇੱਕ ਦੂਜੇ ਨੂੰ ਇਹ ਕਹਿਣਾ ਕਿ ਕੋਈ ਵਿਚੋਲੀ ਹੈ, ਕੋਈ ਦਲਾਲ ਹੈ, ਕੋਈ ਇਹ ਹੈ, ਕੋਈ ਗਲਤ ਹੈ, ਇਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਇੱਕ ਵਾਰੀ ਕਾਨੂੰਨ ਪਾਸ ਹੋ ਜਾਵੇ ਔਰ ਅਸੈਂਬਲੀ ਪਾਸ ਕਰ ਦੇ ਔਰ ਸਾਰੀ ਪਾਰਟੀਆਂ ਇਕੱਠੀਆਂ ਸਪੋਰਟ ਕਰਨ, ਇਹਦਾ ਮਤਲਬ ਜਿਹੜੇ ਵੀ ਐਮਐਲਏ ਹੈ ਉਹ ਲੋਕਾਂ ਦੀ ਆਵਾਜ਼ ਨੂੰ ਸੁਣ ਕੇ ਉਸ ਹਿਸਾਬ ਨਾਲ ਉਹਨਾਂ ਨੇ ਐਕਟ ਕੀਤਾ ਕਿਉਂਕਿ ਸਾਰੀਆਂ ਪਾਰਟੀਆਂ ਨੇ ਵੈਲਕਮ ਕੀਤਾ ਪੰਜਾਬ ਅਸੈਂਬਲੀ ਵਿੱਚ। ਸੋ ਇਹ ਬਿਲਕੁਲ, ਮਗਰ ਕਿਉਂਕਿ ਸੈਂਟਰਲ ਪਾਰਲੀਮੈਂਟ ਦੇ ਖਿਲਾਫ ਹੈ ਇਸ ਕਰਕੇ ਸੈਂਟਰਲ ਗਵਰਨਮੈਂਟ ਨੂੰ ਗੁੱਸਾ ਤਾਂ ਹੋਏਗਾ ਹੀ ਕਿਉਂਕਿ ਜੋ ਉਹਨਾਂ ਨੇ ਕਰਨਾ ਚਾਹਿਆ ਸੀ ਉਹ ਇਹ ਅਸੈਂਬਲੀ ਦੇ ਅਮੈਂਡਮੈਂਟ, ਚਾਹੇ ਇਹ ਪ੍ਰੈਜ਼ੀਡੈਂਟ ਉਹਨਾਂ ਨੂੰ ਐਸੈਂਟ ਨਾ ਦੇਵੇ, ਚਾਹੇ ਇਹ ਜਿਹੜੇ ਪਾਸ ਕੀਤੇ ਗਏ ਕਾਨੂੰਨ ਨਾ ਬਣਨ ਕਿਉਂਕਿ ਪ੍ਰੈਜ਼ੀਡੈਂਟ ਨੇ ਇਹਨਾਂ ਸਾਈਨ ਨਾ ਕਰੇ, ਉਸ ਦੇ ਬਾਵਜੂਦ ਵੀ ਕਿਸਾਨਾਂ ਲਈ ਬਹੁਤ ਵੱਡਾ ਹੰਗਾਰਾ ਹੈ। ਇਹ ਦੱਸਦਾ ਹੈ ਕਿਉਂਕਿ ਇਸ ਵਿੱਚ ਜਿਹੜੀਆਂ ਸਟੇਟਮੈਂਟਸ ਬਹੁਤ ਪਾਵਰਫੁਲ ਹੈ, ਉਹ ਪੋਲੀਟੀਕਲ ਸਟੇਟਮੈਂਟਸ ਉਹਨਾਂ ਵਿੱਚ ਕਿਹਾ ਗਿਆ ਕਿਉਂਕਿ ਕਿਸਾਨਾਂ ਨੂੰ ਸ਼ੋਸ਼ਣ ਹੋਏਗਾ। ਮਾਰਕੀਟ ਫੋਰਸਿਸ ਤੇ ਤੁਸੀਂ ਕਿਸਾਨਾਂ ਨੂੰ ਛੱਡ ਰਹੇ ਹੋ। ਮਾਰਕੀਟ ਫੋਰਸਿਸ ਮੁਨਾਫੇ ਦੀਆਂ ਫੋਰਸਿਸ ਹੁੰਦੀਆਂ ਜੀ, ਕੋਆਪਰੇਟ ਇੰਟਰਸਟ ਮੈਨੀਪੂਲੇਟ ਕਰਨਗੇ ਕਿਸਾਨਾਂ ਨੂੰ। ਇਹ ਸ਼ਬਦ ਬਹੁਤ ਪਾਵਰਫੁਲ ਸ਼ਬਦ ਨੇ। ਇਹ ਸ਼ਬਦ ਬਹੁਤ ਜ਼ਿਆਦਾ ਕਹਿ ਲਓ ਜਿਹੜਾ ਇੱਕ ਸਾਰੇ ਹੀ ਦੇਸ਼ ਵਿੱਚ ਜਿਹੜੀ ਕਿਸਾਨਾਂ ਦੀ ਮੂਵਮੈਂਟ ਨੂੰ ਬੂਸਟ ਕਰੇਗਾ ਕਿ ਇੱਕ ਪੰਜਾਬ ਦੀ ਅਸੈਂਬਲੀ ਨੇ ਸਾਰੇ ਇਕੱਠੇ ਹੋ ਕੇ ਇਹ ਆਬਜੈਕਟ ਦੱਸ ਕੇ ਕਿ ਅਸੀਂ ਕਿਉਂ ਕਰ ਰਹੇ ਹਾਂ। ਉਹਨਾਂ ਨੇ ਜਿਹੜਾ ਸੈਂਟਰਲ ਐਕਟ ਨੂੰ ਬਿਲਕੁਲ ਇਲੈਜੀਟਿਮੇਟ ਚਾਈਲਡ ਕਹਿਤਾ ਇੱਕ ਤਰ੍ਹਾਂ ਦਾ। ਔਰ ਫਿਰ ਇਹ ਵੀ ਉਹਨਾਂ ਨੇ ਕਿਹਾ ਹੈ ਕਿ ਦੇਖੋ ਸੈਂਟਰ ਦੇ ਕੋਲ ਕੋਈ ਪਾਵਰ ਨਹੀਂ ਸੀ, ਪਾਰਲੀਮੈਂਟ ਕੋਲ ਕੋਈ ਪਾਵਰ ਨਹੀਂ ਸੀ ਕਾਨੂੰਨ ਬਣਾਉਣ ਦੀ। ਉਹਨਾਂ ਨੇ ਫਿਰ ਵੀ ਕਿਸੇ ਤੋਂ ਸੁਣੇ ਬਗੈਰ, ਕਿਸੇ ਨਾਲ ਕੰਸਲਟ ਕੀਤਾ ਬਗੈਰ ਇਹੋ ਜਿਹਾ ਕਾਨੂੰਨ ਬਣਾਇਆ ਹੈ। ਔਰ ਇਹ ਗੱਲ ਸੱਚ ਹੈ, ਸੰਵਿਧਾਨ ਦੇ ਵਿੱਚ ਸੈਂਟਰ ਕੋਲ, ਪਾਰਲੀਮੈਂਟ ਕੋਲ ਇਹੋ ਕੋਈ ਪਾਵਰ ਨਹੀਂ ਕਿ ਕਿਸਾਨ ਦੀ ਜਿਹੜੀ ਉਪਜ ਹੈ ਉਹਦੇ ਸੇਲ ਪਰਚੇਜ਼ ਦੇ ਬਾਰੇ ਕੋਈ ਕਾਨੂੰਨ ਬਣਾ ਸਕੇ। ਕੰਟਰੈਕਟ ਫਾਰਮਿੰਗ ਦਾ ਪੰਜਾਬ ਨੇ ਪਹਿਲਾਂ ਹੀ ਕਾਨੂੰਨ ਬਣਾਇਆ ਹੋਇਆ, ਉਹਦੇ ਵਿੱਚ ਉਹਨਾਂ ਨੇ ਕਾਫੀ ਬੈਲੈਂਸ ਰਿਸਟੋਰ ਕੀਤਾ ਹੈ। 2013 ਵਿੱਚ ਕੰਟਰੈਕਟ ਫਾਰਮਿੰਗ ਐਕਟ ਬਣਾਇਆ ਸੀ ਪੰਜਾਬ ਨੇ। ਇਸ ਕਰਕੇ ਕੰਟਰੈਕਟ ਫਾਰਮਿੰਗ ਪਰ ਸੇ ਪੰਜਾਬ ਗਵਰਨਮੈਂਟ ਖਿਲਾਫ ਨਹੀਂ ਹੈ ਜਾਂ ਪੰਜਾਬ ਅਸੈਂਬਲੀ ਖਿਲਾਫ ਨਹੀਂ ਹੈ, ਕਿਸਾਨ ਵੀ ਖਿਲਾਫ ਨਹੀਂ ਹੈ। ਜੇ ਕੰਟਰੈਕਟ ਕਿਸਾਨਾਂ ਦੇ ਹੱਕ ਵਿੱਚ ਹੋਵੇ, ਜੇ ਉਹ ਕੰਟਰੈਕਟ ਅਸ਼ੋਰ ਕਰਦਾ ਹੋਵੇ ਕਿ ਚਾਹੇ ਮੇਰੀ ਫਸਲ ਖਰਾਬ ਹੋ ਜਾਵੇ ਤੁਸੀਂ ਸਾਨੂੰ ਮਿਨੀਮਮ ਪ੍ਰਾਈਸ ਦਿਓਗੇ, ਤਾਂ ਫਿਰ ਕਿਸਾਨ ਖੁਸ਼ ਹੋਏਗਾ। ਔਰ ਫਿਰ ਜਿਹੜੀ ਉਹਨੂੰ ਕਰਨ ਦੀ ਜਿਹੜੀ ਉਹਦੇ ਪੈਸੇ ਲੈਣ ਦੀ ਜਿਹੜੀ ਤਰੀਕਾ ਹੈ, ਸੈਂਟਰਲ ਐਕਟ ਨੇ ਕਹਿਤਾ ਕਿ ਉਹ ਤਰੀਕਾ ਐਸਡੀਐਮ ਜਾਂ ਡੀਸੀ ਕਰੇਗਾ। ਇਹਨਾਂ ਨੇ ਕਹਿਤਾ ਤੁਸੀਂ ਕੋਈ ਵੀ ਹੋਰ ਅਖਤਿਆਰ ਕਰ ਸਕਦੇ ਹੋ। ਤੁਸੀਂ ਸਿਵਲ ਕੋਰਟ ਕੋਲ ਜਾ ਸਕਦੇ ਹੋ, ਤੁਸੀਂ ਕੰਜ਼ਿਊਮਰ ਕੋਰਟ ਕੋਲ ਜਾ ਸਕਦੇ ਹੋ, ਤੁਸੀਂ ਪੁਲਿਸ ਕੋਲ ਜਾ ਸਕਦੇ ਹੋ, ਤੁਸੀਂ ਐਡਮਿਨਿਸਟ੍ਰੇਸ਼ਨ ਕੋਲ ਵੀ ਜਾ ਸਕਦੇ ਹੋ। ਤਾਂ ਉਸ ਹਿਸਾਬ ਨਾਲ ਜਿਹੜਾ ਪੰਜਾਬ ਦਾ ਅਮੈਂਡਮੈਂਟ ਹੈ ਉਹ ਸਾਰੇ ਸੈਂਟਰਲ ਨੇ, ਜਿਨ੍ਹਾਂ ਨੇ ਹਰ ਚੀਜ਼ ਨੂੰ ਬਾਹਰ ਕੱਢਿਆ ਸੀ, ਹਰ ਮਸ਼ੀਨਰੀ ਜਿਹੜੇ ਫੈਸਲੇ ਲੈਣ ਵਾਲੀ ਸਿਵਲ ਕੋਰਟਸ ਨੂੰ ਬਾਹਰ ਕੱਢਿਆ ਸੀ, ਪੁਲਿਸ ਨੂੰ ਬਾਹਰ ਕੱਢਿਆ ਸੀ, ਸਭ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਸੀ। ਉਹ ਦੁਬਾਰਾ ਪੰਜਾਬ ਗਵਰਨਮੈਂਟ ਨੇ ਇਹ ਕਹਿ ਕੇ ਕਿ ਸਾਰੀਆਂ ਚੀਜ਼ਾਂ ਕਿਸਾਨਾਂ ਲਈ ਖੁੱਲੀਆਂ, ਸਾਰੇ ਰਸਤੇ। ਜੇ ਕੋਈ ਡਿਸਪਿਊਟ ਹੋਵੇ, ਜੇ ਕੋਈ ਝਗੜਾ ਹੋਵੇ, ਔਰ ਝਗੜੇ ਤਾਂ ਹੋਣਗੇ, ਜਦੋਂ ਹਜ਼ਾਰਾਂ ਕੰਟਰੈਕਟ ਹੋਣਗੇ ਝਗੜੇ ਤਾਂ ਹੋਣਗੇ ਜੀ।
ਬੈਂਸ ਸਾਹਿਬ ਇੱਕ ਇਹ ਦੱਸੋ, ਸਵਾਲ ਇਹ ਵੀ ਉੱਠ ਰਹੇ ਨੇ ਕਿ ਜਿਹੜਾ ਕਾਨੂੰਨੀ ਨੁਕਤੇ ਦੇ ਵਿੱਚ ਅਦਾਲਤ ਦੇ ਵਿੱਚ ਜਾਣ ਦੀ ਗੱਲ ਆਖੀ ਗਈ ਹੈ, ਉਹ ਕਿੱਥੋਂ ਕੁ ਤੱਕ ਜਾਇਜ਼ ਹੈ, ਕਿੱਥੋਂ ਕੁ ਤੱਕ ਕਿਸਾਨਾਂ ਦੇ ਹੱਕ ਵਿੱਚ ਹੈ? ਮੈਂ ਜਿਹੜੇ ਆਪਣੇ ਡਾਕਟਰ ਦਰਸ਼ਨਪਾਲ ਨੇ ਉਹਨਾਂ ਨਾਲ ਵੀ ਗੱਲ ਕੀਤੀ ਸੀ, ਉਹਨਾਂ ਨੇ ਵੀ ਕਿਹਾ ਕਿ ਜਿਹੜਾ ਅਦਾਲਤੀ ਚੱਕਰ ਹੈ ਉਹ ਹੁੰਦਾ ਤਾਂ ਲੰਮਾ ਹੈ, ਪਰ ਚਲੋ ਸਰਕਾਰ ਨੇ ਜੋ ਫੈਸਲਾ ਕੀਤਾ ਹੈ ਉਹ ਠੀਕ ਹੈ। ਇਹ ਜਿਹੜਾ ਹੁੰਦਾ ਲੰਮਾ ਹੈ ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ, ਕਿ ਕਿਸ ਤਰ੍ਹਾਂ ਕਿਸਾਨ ਇਸ ਚੱਕਰ ਚੋਂ ਫਿਰ ਨਿਕਲਣਗੇ? ਇਹਦੇ ਵਿੱਚ ਇਹ ਨਹੀਂ ਕਿਹਾ ਗਿਆ ਕਿ ਤੁਹਾਨੂੰ ਹਰ ਫੈਸਲਾ ਅਦਾਲਤ ਤੋਂ ਹੀ ਕਰਾਉਣਾ ਹੈ, ਇਹ ਬਿਲਕੁਲ ਨਹੀਂ ਕਿਹਾ ਗਿਆ। ਪਰ ਜੇ ਕਿਸੇ ਕਿਸਾਨ ਨੂੰ ਲੱਗਦਾ ਹੈ ਕਿ ਮੈਨੂੰ ਅਦਾਲਤ ਤੋਂ ਜ਼ਿਆਦਾ ਫੈਸਲਾ ਮਿਲ ਸਕਦਾ ਹੈ, ਕਿਉਂਕਿ ਅਦਾਲਤ ਜੋ ਮਰਜ਼ੀ ਹੈ, ਵੱਡੇ ਵੱਡੇ ਕਾਰਪੋਰੇਟ ਵੀ ਅਦਾਲਤ ਤੋਂ ਡਰਦੇ ਨੇ। ਵੱਡਾ ਵੱਡਾ ਜਿਹੜਾ ਕਾਰਪੋਰੇਟ ਹੈ ਉਹ ਬਹੁਤ ਅਦਾਲਤ ਤੋਂ ਡਰਦਾ ਹੈ। ਉਹਨੂੰ ਪਤਾ ਜੇ ਉਹਨੇ ਬਹੁਤ ਜ਼ਿਆਦਾ ਵੱਡਾ ਫਰਾਡ ਕੀਤਾ ਤਾਂ ਇੱਕ ਛੋਟਾ ਜਿਹਾ ਮੈਜਿਸਟ੍ਰੇਟ ਵੀ, ਸਬ ਜੱਜ ਵੀ ਪੂਰੀ ਕਾਰਪੋਰੇਟ ਐਂਟੀਟੀ ਨੂੰ ਅਦਾਲਤ ਵਿੱਚ ਕਟਘਰੇ ਵਿੱਚ ਖੜਾ ਕਰ ਸਕਦਾ ਹੈ। ਇਸ ਕਰਕੇ ਕੋਰਟ ਤੋਂ ਡਰ ਬਹੁਤ ਹੈ ਵੱਡੇ ਵੱਡੇ ਪਰਚੇਜ਼ਰ ਨੂੰ। ਉਹ ਉਹਨਾਂ ਦੀ ਬਲੈਕ ਮਾਰਕੀਟਿੰਗ ਰੋਕ ਸਕਦਾ ਹੈ, ਉਹਨਾਂ ਦੇ ਜਿਹੜੇ ਗੋਦਾਮ ਨੂੰ ਸੀਜ਼ ਕਰ ਸਕਦਾ ਹੈ, ਉਹਨਾਂ ਦੇ ਗੋਦਾਮ ਨੂੰ ਵੇਚ ਸਕਦਾ ਹੈ। ਤੁਸੀਂ ਕੰਪੇਅਰ ਕਰੋ ਸਿਵਲ ਕੋਰਟ ਦੀ ਪਾਵਰ ਤੇ ਕੰਪੇਅਰ ਕਰੋ ਇੱਕ ਐਸਡੀਐਮ ਦੀ, ਜਿਹਨੇ ਕਿ ਜੋ ਸਰਕਾਰ ਕਹਿੰਦੇ ਆ ਔਰ ਜਿਹੜੇ ਈਜ਼ੀਲੀ ਬ੍ਰਾਈਬ ਹੋ ਜਾਂਦੇ ਆ, ਤੇ ਉਹ ਡਿਪਟੀ ਕਮਿਸ਼ਨਰ ਦੀ, ਜਿਹੜੇ ਕਿ ਹਮੇਸ਼ਾ ਆਦਤ ਹੀ ਉਹਨਾਂ ਨੂੰ ਸਰਕਾਰ ਜੋ ਕਹਿੰਦੀ ਉਹ ਕਰਨ ਦੀ ਆਦਤ ਹੈ। ਉਹਨਾਂ ਕੋਲ ਇੰਡੀਪੈਂਡੈਂਟ ਜੁਡੀਸ਼ੀਅਲ ਫੰਕਸ਼ਨ ਦੀ ਆਦਤ ਹੀ ਨਹੀਂ ਹੈ, ਬਾਈ ਟ੍ਰੇਨਿੰਗ ਹੀ ਨਹੀਂ ਹੈ ਕਿ ਦੋਨੋਂ ਸਾਈਡ ਨੂੰ ਸੁਣ ਕੇ ਜਿਹਦਾ ਹੱਕ ਮਰਦਾ ਹੈ ਉਹਦੇ ਹੱਕ ਵਿੱਚ ਫੈਸਲਾ ਕੀਤਾ ਜਾਵੇ। ਸਿਵਲ ਕੋਰਟ ਦੀ ਸਾਰੀ ਟ੍ਰੇਨਿੰਗ ਇਹ ਹੈ ਕਿ ਇੱਕ ਪਾਸੇ ਚਲਾਕ ਬੰਦਾ ਹੁੰਦਾ, ਚੀਟਰ ਹੁੰਦਾ, ਇੱਕ ਪਾਸੇ ਵਿਕਟਿਮ ਹੁੰਦਾ, ਤੇ ਉਹਨਾਂ ਦੋਨਾਂ ਨੂੰ ਇਕੱਠੇ ਕਰਕੇ ਅਲਟੀਮੇਟਲੀ ਚਲਾਕ ਬੰਦੇ ਨੂੰ ਫੜਨਾ ਤੇ ਵਿਕਟਿਮ ਦੇ ਹੱਕ ਵਿੱਚ ਫੈਸਲਾ ਕਰਨਾ ਉਹਨਾਂ ਦਾ ਰੋਜ਼ ਦਾ ਕੰਮ ਹੈ। तो इस करके चाहे स्लो है, मगर किसी केस विच ये डराउंदा बहुत है। ਵੱਡੇ ਵੱਡੇ ਜਿਹੜੇ ਕਾਰਪੋਰੇਸ਼ਨ ਸਿਵਲ ਕੋਰਟ ਤੋਂ ਬਹੁਤ ਡਰਦੇ ਨੇ ਔਰ ਉਹਦੇ ਹੱਥ ਵਿੱਚ ਕੰਟਰੋਲ ਕਰ ਸਕਦੇ, ਕਿਉਂਕਿ ਅਸੀਂ ਆਪ ਤਜਰਬਾ ਦੇਖਿਆ ਕਿ ਚਾਹੇ 에ਅਰਟੈਲ ਹੈ, ਚਾਹੇ ਵੋਡਾਫੋਨ ਹੈ, ਤੁਸੀਂ ਉਹਨਾਂ ਨੂੰ ਛੋਟੀ ਜਿਹੀ ਚੀਟਿੰਗ ਵਿੱਚ ਫਸਾ ਸਕਦੇ। ਬਿਲਕੁਲ। ਅੱਛਾ, ਇੱਕ ਹੋਰ ਦੱਸੋ ਕਿ ਇਹ ਜਿਹੜੇ ਬਿੱਲ ਨੇ ਇਹਦੇ ਵਿੱਚ ਐਮਐਸਪੀ ਨੂੰ ਲੈ ਕੇ ਵੀ ਜ਼ਿਕਰ ਕੀਤਾ ਗਿਆ ਕਿ ਐਮਐਸਪੀ ਸਿਰਫ ਕਣਕ ਤੇ ਝੋਨੇ ਦਾ ਜ਼ਿਕਰ ਕੀਤਾ, ਬਾਕੀ ਫਸਲਾਂ ਦਾ ਜ਼ਿਕਰ ਨਹੀਂ ਕੀਤਾ। ਕਿ ਇਹਦੇ ਉੱਤੇ ਕੋਈ ਕਾਨੂੰਨੀ ਲੜਾਈ ਬਣਦੀ ਹੈ ਕਿ ਬਾਕੀ ਫਸਲਾਂ ਦਾ ਵੀ ਜ਼ਿਕਰ ਕੀਤਾ ਜਾਵੇ? ਐਕਚੁਅਲੀ ਜਿਹੜੀ ਕੰਟਰੈਕਟ ਫਾਰਮਰ ਪੰਜਾਬ ਨੇ ਪਹਿਲਾ ਐਕਟ ਬਣਾਇਆ ਸੀ, ਉਹਦੇ ਵਿੱਚ ਕਾਫੀ ਫਸਲਾਂ ਆਈਆਂ ਸੀ। ਉਹ 2013 ਵਿੱਚ ਤਕਰੀਬਨ ਸਾਰੇ ਦਾਲਾਂ ਦੋਲਾਂ ਹਰ ਚੀਜ਼ ਆਈ ਹੋ ਸੀ। ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਦਾ ਜਿਹੜਾ ਕਨਸੈਪਟ ਹੈ ਨਾ, ਇਹ ਫੂਡ ਗ੍ਰੇਨਸ ਤੋਂ ਆਇਆ ਕਿ ਜਿਹੜੇ ਗ੍ਰੇਨਸ ਹੈ ਜਿਸ ਤੇ ਬੇਸ ਤੇ ਢਿੱਡ ਭਰਦਾ ਹੈ ਸਾਰੇ ਦੇਸ਼ ਦਾ, ਉਹ ਹੈਗੇ ਆ 90-80% ਸਿਰਫ ਕਣਕ ਹੈ ਤੇ ਬਾਕੀ ਚਾਵਲ ਹੈ, ਤੇ ਬਾਕੀ ਕਹਿ ਲਓ ਬਹੁਤ ਥੋੜੇ ਰਹਿ ਗਏ ਹੁਣ ਜਿਹੜੇ ਬਾਜਰਾ, ਮੱਕੀ, ਜੌਂ, ਜਿਹੜੇ ਬਾਕੀ ਮਿਲਟਸ ਕਹਿ ਲਓ ਜਾਂ ਜਿਹੜੇ ਕੋਰਸ ਗ੍ਰੇਨਸ ਹੈ। तो हमेशा ही पंजाब ਵਿੱਚ ਕਿਉਂਕਿ ਦੋ ਵੱਡੀਆਂ 80% ਜਿਹੜੀ ਜ਼ਮੀਨ ਹੈ ਕਣਕ ਦੇ ਔਰ ਚਾਵਲਾਂ ਦੇ ਔਰ ਪੈਡੀ ਦੇ ਥੱਲੇ ਹੈਗੀ ਹੈ, ਇਸ ਕਰਕੇ ਮਿਨੀਮਮ ਸਪੋਰਟ ਪ੍ਰਾਈਸ ਵੀ ਇਹਨਾਂ ਦੋ ਕ੍ਰੌਪਸ ਨੂੰ ਮਿਲਦਾ ਸੀ। ਔਰ ਜਿਹੜਾ ਸੈਂਟਰਲ ਪੂਲ ਵੀ ਰੇਟ ਕਰਦਾ ਸੀ ਸਰਕਾਰ, ਉਹ ਸੈਂਟਰਲ ਪੂਲ ਵੀ ਇਹਨਾਂ ਗ੍ਰੇਨ ਦਾ ਹੀ ਕਰਦਾ ਸੀ। ਇਸ ਕਰਕੇ ਮਿਨੀਮਮ ਸਪੋਰਟ ਪ੍ਰਾਈਸ ਬਾਕੀਆਂ ਤੇ ਕਦੀ ਵੀ ਲਾਗੂ ਨਹੀਂ ਸੀ ਹੋਇਆ। ਹਾਲਾਂਕਿ ਕੰਟਰੈਕਟ ਵਿੱਚ ਕਹਿਣਾ ਚਾਹੀਦਾ ਸੀ ਮੇਰੇ ਹਿਸਾਬ ਨਾਲ ਕਿ ਕੋਈ ਵੀ ਕੰਟਰੈਕਟ ਕਰੋ ਤਾਂ ਮਿਨੀਮਮ ਜਿਹੜਾ ਪ੍ਰਾਈਸ ਹੈ ਉਹ ਸ਼ੋਰਟ ਚਾਹੀਦਾ ਇਨ ਕੇਸ ਆਫ ਕੈਲੈਮਿਟੀਜ਼। ਮਗਰ ਉਹ ਜਿਹੜੀ ਮੇਜਰ ਘਾਟ ਹੈਗੀ ਹੈ, ਸੈਂਟਰਲ ਐਕਟ ਦੀ ਤਾਂ ਬਹੁਤ ਵੱਡੀ ਘਾਟ ਹੈ, ਉਹਨਾਂ ਨੇ ਪੂਰੀ ਆਜ਼ਾਦੀ ਦੇ ਦਿੱਤੀ। ਚਲਾਕੀ ਨਾਲ ਤੁਸੀਂ ਕੰਟਰੈਕਟ ਬਣਾਓਗੇ, ਕਿਸਾਨ ਨੂੰ ਕੁਝ ਪਤਾ ਨਹੀਂ ਹੈ ਕਿਹੜੀ ਭਾਸ਼ਾ ਵਿੱਚ ਹੋਣਗੇ, ਕਿਸੇ ਨੂੰ ਕੁਝ ਪਤਾ ਨਹੀਂ ਹੈ, ਔਰ ਜੋ ਮਰਜ਼ੀ ਉਹ ਕਹਿ ਕੇ ਉਹ ਕੰਟਰੈਕਟ ਤੋਂ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਫਸਲ ਬਹੁਤ ਮਾੜੀ ਹੋਈ ਹੈ ਭੱਜ ਜਾਣਗੇ, ਜੋ ਚੰਗੀ ਹੋਏਗੀ ਉਦੋਂ ਹੀ ਭੱਜ ਜਾਣਗੇ, ਇੱਕ ਪ੍ਰਾਈਸ ਥੋੜੇ ਦੇਣਗੇ। ਹਜ਼ਾਰ ਤਰ੍ਹਾਂ ਦੀਆਂ ਚਲਾਕੀਆਂ ਆਮ ਆਪਾਂ ਦੇਖਿਆ ਲੈਂਡਲੌਰਡ ਟੈਨੈਂਟ ਦੇ ਵਿੱਚ ਤੇ ਬਾਕੀ ਬਿਜ਼ਨਸ ਵਿੱਚ ਕਿੱਦਾਂ ਚਲਾਕੀਆਂ ਹੁੰਦੀਆਂ ਰਿਟਨ ਵਰਡ ਦੀ। ਔਰ ਜਦੋਂ ਇੱਕ ਪਾਸੇ ਸਿਰਫ ਅਨਪੜ੍ਹ ਕਿਸਾਨ ਹੋਏਗਾ, ਦੂਜੇ ਪਾਸੇ ਹਾਈਲੀ ਟ੍ਰੇਨਡ ਕੋਆਪਰੇਟ ਐਂਟੀਟੀਜ਼ ਹੋਣਗੀਆਂ, ਤਾਂ ਉਹਨਾਂ ਵਿੱਚ ਤਾਂ ਕੋਈ ਮੁਕਾਬਲਾ ਹੀ ਨਹੀਂ ਹੋ ਸਕਦਾ। ਉਹਨਾਂ ਦੀ ਐਬਿਲਿਟੀ ਕੰਟਰੈਕਟ ਡਿਜ਼ਾਈਨ ਕਰਨ ਦੀ, ਕੰਟਰੈਕਟ ਲਿਖਣ ਦੀ। ਆਪਾਂ ਦੇਖਿਆ ਜਿਹੜੇ ਬਿਲਡਰਸ ਪਲਾਟ ਵੇਚਦੇ ਆ, ਚੰਗੇ ਭਲੇ ਸ਼ਹਿਰੀ ਲੋਕਾਂ ਨੂੰ ਵੇਚਦੇ ਆ, ਉਹਦੇ ਵਿੱਚ ਚਲਾਕੀਆਂ ਹੋ ਜਾਂਦੀਆਂ। ਸੋ ਇਸ ਕਰਕੇ ਜਿਸ ਤਰ੍ਹਾਂ ਸੈਂਟਰਲ ਗਵਰਨਮੈਂਟ ਨੇ ਬਣਾਇਆ, ਉਹਨਾਂ ਨੇ ਤਾਂ ਇੱਕ ਬਹੁਤ ਵੱਡੀ ਆਜ਼ਾਦੀ ਦੇ ਦਿੱਤੀ ਕਿਸਾਨਾਂ ਨੂੰ ਬੇਵਕੂਫ ਬਣਾਉਣ ਦੀ, ਕਿਸਾਨਾਂ ਨੂੰ ਚੀਟਿੰਗ ਕਰਨ ਦੀ, ਔਰ ਉਹਨਾਂ ਨੂੰ ਕੋਈ ਰਸਤਾ ਵੀ ਦੱਸਿਆ ਕਿ ਜੇ ਚੀਟਿੰਗ ਅਸੀਂ ਫੜ ਵੀ ਲਈਏ ਤਾਂ ਕਿਹੜੀ ਅਦਾਲਤ ਵਿੱਚ ਜਾ ਕੇ ਉਹਨਾਂ ਨੂੰ ਸਜ਼ਾ ਦਵਾਈ ਜਾਵੇ। ਜੀ ਬੈਂਸ ਸਾਹਿਬ, ਅਗਲੀ ਗੱਲ ਹੈ ਕਿ ਐਮਐਸਪੀ ਦਾ ਕਾਨੂੰਨ ਬਣਾ ਦਿੱਤਾ ਜਾਵੇ। ਕਿਸਾਨ ਲਗਾਤਾਰ ਇਸ ਮੰਗ ਤੇ ਅੜੇ ਹੋਏ ਨੇ। ਜੇ ਕਾਨੂੰਨ ਬਣ ਜਾਂਦਾ ਹੈ ਤਾਂ ਕੀ ਇਹਦੇ ਨਾਲ ਜਿਹੜਾ ਕਿਸਾਨ ਸੰਤੁਸ਼ਟ ਹੋ ਜਾਣਗੇ, ਜਾਂ ਕਿਸਾਨਾਂ ਨੂੰ ਕੋਈ ਫਾਇਦਾ ਹੋਏਗਾ, ਜਾਂ ਇਹਦੇ ਵਿੱਚ ਵੀ ਕੋਈ ਨਾ ਕੋਈ ਪੇਚਾ ਫੇਰ ਅੜ ਜਾਣਾ ਅੱਗੇ ਜਾ ਕੇ? ਦੇਖੋ, ਜਿਹੜਾ ਐਮਐਸਪੀ ਦਾ ਕਾਨੂੰਨ ਆਲਰੇਡੀ ਐਗਜ਼ਿਸਟ ਕਰਦਾ ਹੈ। ਜਿਹੜਾ 2013 ਵਿੱਚ ਯੂਪੀਏ ਸਰਕਾਰ ਨੇ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਬਣਾਇਆ ਸੀ, ਉਹਦੇ ਵਿੱਚ ਪਹਿਲੀ ਵਾਰੀ ਉਹਨਾਂ ਨੇ ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਕੀਤੀ ਸੀ। ਉੱਥੇ ਉਹਨਾਂ ਨੇ ਫੂਡ ਗ੍ਰੇਨਸ ਦੀ ਗੱਲ ਕੀਤੀ ਸੀ। ਉੱਥੇ ਉਹਨਾਂ ਨੇ ਕਿਹਾ ਸੀ ਕਿ ਸੈਂਟਰਲ ਪੂਲ ਹੋਏਗਾ। ਉਹਨਾਂ ਨੇ ਕਿਹਾ ਸੀ ਕਿ ਆਬਲੀਗੇਸ਼ਨ ਹੋਏਗੀ ਸੈਂਟਰਲ ਗਵਰਨਮੈਂਟ ਦੀ ਕਿ ਉਹ ਸਾਰੇ ਜਿੱਥੇ ਇੱਥੇ ਲੋੜ ਹੈ ਤਾਂ ਕਿ ਕੋਈ ਵਨਰੇਬਲ ਸੈਕਸ਼ਨ ਭੁੱਖਾ ਨਾ ਮਰੇ ਇਸ ਮੁਲਕ ਵਿੱਚ, ਉਹਨਾਂ ਨੂੰ ਸਸਤਾ ਅਨਾਜ ਦੇਗੀ। ਉਹ
ਦੇਣ ਲਈ ਇਹ ਆਪ ਕ੍ਰੀਏਟ ਕਰੇਗੀ ਪੂਲ ਕ੍ਰੀਏਟ ਕਰਨ ਲਈ ਤੁਹਾਨੂੰ ਮਿਨੀਮਮ ਸਪੋਰਟ ਪ੍ਰਾਈਸ ਤੇ ਕਿਸਾਨਾਂ ਤੋਂ ਖਰੀਦੇ ਹੀ। ਇਹ ਸਾਰੀ ਗੱਲਾਂ ਆਲਰੇਡੀ ਐਗਜ਼ਿਸਟ ਕਰਦੀ। ਹੁਣ ਹੈ ਕਿ ਹਰ ਸਾਲ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਕਿੰਨਾ ਚਾਹੀਦਾ, ਇਹ ਤਾਂ ਅਲਟੀਮੇਟਲੀ ਕੋਈ ਕਮਿਸ਼ਨ ਨਹੀਂ, ਕੋਈ ਕਮਿਸ਼ਨ ਦੇ ਹਿਸਾਬ ਨਾਲ ਜਾਂ ਕੋਈ ਸਰਕਾਰ ਦੇ ਹਿਸਾਬ ਨਾਲ, ਇਹ ਰੋਜ਼ ਹਰ ਸਾਲ ਹੀ ਇਹ ਐਕਸਰਸਾਈਜ਼ ਕਰਨੀ ਪੈਂਦੀ ਹੈ, ਕਿਉਂਕਿ ਮਹਿੰਗਾਈ ਵੱਧ ਜਾਂਦੀ ਹੈ। ਸਭ ਤੋਂ ਵੱਡਾ ਜਿਹੜਾ ਇਹ 'ਚ ਲਕੂਨਾ ਹੈ ਉਹ ਸੈਕਟਰ ਵਿੱਚ ਹੈ ਕਿ ਜਿਹੜਾ ਸਵਾਮੀਨਾਥਨ ਰਿਪੋਰਟ ਜਾਂ ਜਿਹੜੀਆਂ ਵੱਡੀਆਂ ਡਿਮਾਂਡਾਂ ਹੈ ਕਿ ਜਿਹੜਾ ਆਪਾਂ ਮਿਨੀਮਮ ਵੇਜ ਹੈ ਉਹ ਮਹਿੰਗਾਈ ਦੇ ਨਾਲ ਨਾਲ ਵਧੀ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਹੈ, ਤੁਸੀਂ ਸਾਰੇ ਹੀ ਐਸੈਂਸ਼ੀਅਲ ਸੀਡਸ ਦਾ, ਆਇਲ ਸੀਡਸ ਦਾ, ਬਾਕੀ ਜਿਹੜਾ ਅਨਾਜ ਦਾ ਹੈਗਾ, ਉਹਨਾਂ ਸਭ ਦਾ ਡਿਟਰਮਿਨ ਕਰਦੇ ਹੋ ਕਿ ਇਹਨਾਂ ਦੇ ਇਨਪੁਟ ਇਹ ਹੈ, ਇਹਨਾਂ ਦਾ ਮਿਨੀਮਮ ਸਪੋਰਟ ਪ੍ਰਾਈਸ ਕੋਈ ਵੀ ਖਰੀਦ ਨਹੀਂ ਸਕਦਾ। ਜਦੋਂ ਇਦਾਂ ਕਰਨਗੇ ਫਿਰ ਹਰ ਬੰਦਾ ਮਜਬੂਰ ਹੋ ਜਾਏਗਾ, ਜਾਂ ਤਾਂ ਤੁਸੀਂ ਖਰੀਦੋਗੇ ਨਹੀਂ ਜਾਂ ਫਿਰ ਤੁਹਾਨੂੰ ਇੰਨਾ ਪੈਸਾ ਦੇਣਾ ਪਏਗਾ। ਸੋ ਜਦ ਤੱਕ ਸਾਰਿਆਂ ਨਹੀਂ ਹੁੰਦਾ ਉਦ ਤੱਕ ਸਰਟਨਲੀ ਕਿਸਾਨ ਜਸਟੀਫਾਈਡ ਹੈ, ਕਿਉਂਕਿ ਅਲਟੀਮੇਟਲੀ ਕਿਸਾਨਾਂ ਦੀ ਮਜਬੂਰੀ ਹੈ ਕਿ ਉਹਨਾਂ ਦੀ ਜਿਹੜੀ ਕਣਕ ਹੈ ਔਰ ਜਿਹੜਾ ਉਹਨਾਂ ਦਾ ਚਾਵਲ ਹੈ ਪੰਜਾਬ ਵਿੱਚ ਤਾਂ ਕੰਜ਼ੂਮ ਹੀ ਨਹੀਂ ਹੋ ਸਕਦਾ। ਉਹ ਸੈਂਟਰਲ ਪੂਰ ਡਿਜ਼ਾਈਨ ਹੀ ਗ੍ਰੀਨ ਰੈਵੋਲੂਸ਼ਨ ਵਿੱਚ ਸੀ, ਸੈਂਟਰਲ ਜਾਂ ਪੂਰੇ ਦੇਸ਼ ਦੀ ਭੁੱਖ ਦੂਰ ਕਰਨ ਲਈ ਸੀ। ਸੋ ਹੁਣ ਕਿਉਂਕਿ ਦੇਸ਼ ਦੇ ਵਿੱਚ ਅਨਾਜ ਦੀ ਪ੍ਰੋਡਕਸ਼ਨ ਵੱਧ ਗਈ ਹੈ, ਹੁਣ ਉਹ ਚਾਹੁੰਦੇ ਇਸ ਤੋਂ ਬਾਹਰ ਨਿਕਲਣਾ। ਸੋ ਉਹਨਾਂ ਨੂੰ ਚਾਹੀਦਾ ਕਿ ਕਿਸਾਨਾਂ ਨੂੰ ਪੂਰੇ ਪੈਸੇ ਦੇਣ, ਸਬਸਿਡਾਈਜ਼ ਦੇਣ ਤੇ ਕਹਿਣ ਕਿ ਤੁਸੀਂ ਕੋਈ ਹੋਰ ਫਸਲ ਲਗਾ ਲਓ, ਉਹਦੇ ਲਈ ਤੁਹਾਨੂੰ ਜ਼ਿਆਦਾ ਪੈਸੇ ਅਸੀਂ ਦੇਵਾਂਗੇ। ਇਹ ਕੋਈ ਮੈਕੈਨਿਜ਼ਮ ਕਰਨ ਦੀ ਬਜਾਏ ਸਰਕਾਰ ਹਰ ਚਲਾਕੀ ਨੇ, ਹਰ ਤਰੀਕੇ ਨਾਲ ਉਸ ਤੋਂ ਭੱਜ ਰਹੀ ਹੈ ਆਪਣੀ ਜ਼ਿੰਮੇਵਾਰੀ ਤੋਂ, ਔਰ ਜ਼ਿੰਮੇਵਾਰੀ ਆਲਰੇਡੀ ਲੱਗ ਚੁੱਕੀ ਹੈ। ਫੂਡ ਸਿਕਿਉਰਿਟੀ ਐਕਟ ਇਹੀ ਚੀਜ਼ ਕਹਿੰਦਾ ਹੈ। ਜੀ ਜੀ ਇੱਕ ਐਮਐਸਪੀ ਨੂੰ ਲੈ ਕੇ ਹੋਰ ਸਵਾਲ ਉੱਠੇ ਨੇ, ਜਿਵੇਂ ਕੈਪਟਨ ਸਾਹਿਬ ਨੇ ਕਿਹਾ ਬਿੱਲਾਂ ਦੇ ਵਿੱਚ ਰੱਖਿਆ ਗਿਆ ਹੈ ਕਿ ਐਮਐਸਪੀ ਦੇ ਉੱਤੇ ਸਜ਼ਾ ਹੋਏਗੀ ਜੇ ਕੋਈ ਨਹੀਂ ਉਹ ਉਸ ਨੂੰ ਮੰਨੇਗਾ। ਦੂਜੀ ਗੱਲ ਇਹ ਉੱਠ ਰਿਹਾ ਤੇ ਸਵਾਲ ਹੈ ਕਿ ਐਮਐਸਪੀ ਤੈਅ ਕੌਣ ਕਰੇਗਾ? ਕੇਂਦਰ ਸਰਕਾਰ ਤੈਅ ਕਰੇਗੀ ਕਿ ਪੰਜਾਬ ਸਰਕਾਰ ਤੈਅ ਨਹੀਂ ਕਰ ਸਕਦੀ? ਦੇਖੋ ਐਮਐਸਪੀ ਤੈਅ ਤਾਂ ਉਹੀ ਕਰੇਗਾ ਜਿਹੜਾ ਖਰੀਦੇਗਾ, ਜਿਹਦੇ ਕੋਲ ਪੈਸਾ ਹੈ। ਸੈਂਟਰਲ ਪੂਲ ਲਈ ਤਾਂ ਸੈਂਟਰਲ ਗਵਰਨਮੈਂਟ ਨੇ ਖਰੀਦਣਾ ਹੈ, ਉਹਨਾਂ ਨੇ ਪੈਸਾ ਦੇਣਾ ਹੈ, ਤਾਂ ਉਹ ਉਹੀ ਕਰਨਗੇ। ਗੱਲ ਹੈ ਕਿ ਇੱਕ ਫਾਰਮੂਲਾ ਇਹਨਾਂ ਨੇ ਕਿਹਾ ਕਿ ਐਗਰੀਕਲਚਰ ਪ੍ਰਾਈਸ ਕਮਿਸ਼ਨ ਦੇ ਹਿਸਾਬ ਨਾਲ ਰਿਕਮੈਂਡੇਸ਼ਨਾਂ ਤੁਸੀਂ ਕਰੋ। ਸੋ ਜੇ ਸੈਂਟਰਲ ਗਵਰਨਮੈਂਟ ਕੋਈ ਕਾਨੂੰਨ ਬਣਾਉਣਾ ਵੀ ਸੀ ਤਾਂ ਉਹਨੂੰ ਚਾਹੀਦਾ ਸੀ ਕਿ ਕੋਈ ਇੰਡੀਪੈਂਡੈਂਟ ਕਮਿਸ਼ਨ ਬਣਾ ਦੇ, ਫਾਰਮਰਸ ਕਮਿਸ਼ਨ ਬਣਾ ਦੇ, ਤੇ ਹਰ ਸਾਲ ਜਿਹੜਾ ਉਹ ਡਿਟਰਮਿਨ ਕਰਨਗੇ ਮਹਿੰਗਾਈ ਦੇ ਹਿਸਾਬ ਨਾਲ ਉਦਾਂ, ਤੇ ਕਿਉਂਕਿ ਹਰ ਚੀਜ਼ ਦੀ ਕੀਮਤ ਵੱਧ ਰਹੀ ਹੈ, ਉਹਨਾਂ ਦੇ ਡੀਜ਼ਲ ਦੀ, ਪੈਟਰੋਲ ਦੀ, ਕਿਸੇ ਦੀ ਕਾਂਸਟੈਂਟ ਨਹੀਂ ਹੈ, ਟਰੈਕਟਰ ਦੀ, ਫਰਟੀਲਾਈਜ਼ਰ ਦੀ, ਖਾਦ ਦੀ, ਲੇਬਰ ਦੀ। ਜਦੋਂ ਹਰ ਚੀਜ਼ ਆਲੇ ਦੁਆਲੇ ਜਿਸ ਤੇ ਪੂਰੀ ਕਿਸਾਨ ਡਿਪੈਂਡ ਕਰਦਾ ਹੈ, ਜਦੋਂ ਵੱਧ ਰਹੀ ਹੈ ਤੇ ਫਿਰ ਤੁਹਾਡੀ ਜਿਹੜੇ ਜਿੰਸ ਦੀ ਕੀਮਤ ਵੀ ਤਾਂ ਹਰ ਸਾਲ ਬਦਲੇਗੀ। ਸੋ ਰਾਦਰ ਦੈਨ ਉਹ ਮੈਕੈਨਿਜ਼ਮ ਬਣਾਉਣ ਲਈ ਔਰ ਸਭ ਨੂੰ ਬਾਉਂਡ ਕਰਨ ਲਈ, ਕਿਉਂਕਿ ਜਦ ਤੱਕ ਤੁਸੀਂ ਸਭ ਨੂੰ ਬਾਉਂਡ ਨਹੀਂ ਕਰਦੇ, ਜਦ ਤੱਕ ਤੁਸੀਂ ਕਹਿੰਦੇ ਕਿ ਥੱਲਿਓ ਸਸਤਾ ਕਿਸਾਨ ਤੋਂ ਖਰੀਦਣਾ ਹੀ ਕਿਸਾਨ ਦਾ ਸ਼ੋਸ਼ਣ ਹੈ। ਕਿਉਂਕਿ ਮੁਨਾਫਾਖੋਰੀ ਕੀ ਹੈ? ਜਦੋਂ ਸਸਤੀ ਚੀਜ਼ਾਂ ਲੈ ਲਓ ਤੇ ਉੱਥੇ ਮਹਿੰਗੀ ਵੇਚੋ। ਮਹਿੰਗੀ ਕਦੋਂ ਵੇਚੋ? ਜੋ ਸ਼ਾਰਟੇਜ ਹੋਵੇ, ਜੋ ਭੁੱਖਮਰੀ ਫੈਲੇ। ਇਹ ਚੀਜ਼ ਜਦੋਂ ਬਿਜ਼ਨਸਮੈਨ, ਹਮੇਸ਼ਾ ਉਹਦਾ ਬਿਜ਼ਨਸ ਦਾ ਇੱਕੋ ਨਹੀਂ ਹੈ ਕਿ ਜਦ ਖਰੀਦੋ ਸਸਤੀ, ਮਹਿੰਗੀ ਵੇਚੋ। ਕਿਸਾਨ ਜੇ ਤੁਸੀਂ ਇਹ ਚੀਜ਼ ਫੂਡ ਵੇਸਟ ਲਾਓਗੇ ਤੇ ਇਹਦਾ ਮਤਲਬ ਹੋਏਗਾ ਕਿਸਾਨ ਤੋਂ ਸਸਤੀ ਖਰੀਦੋ ਤੇ ਜਿਹੜੇ ਭੁੱਖੇ ਮਾਰੇ ਉਹਨਾਂ ਨੂੰ ਮਹਿੰਗੀ ਵੇਚੋ। ਇਹ ਸਾਰੇ ਹੀ ਸੰਵਿਧਾਨ ਦੇ ਨੂੰ ਉਲਟਾ ਕਰਕੇ ਖੜੇ ਕਰਨ ਵਾਲੀ ਗੱਲ। ਇਹ ਸਾਰੇ ਲੋਕਾਂ ਦੇ ਵੈਲਫੇਅਰ ਦਾ ਨੈਗੇਸ਼ਨ ਕਰ ਹੈ। ਇਹ ਮਤਲਬ ਕਿ ਪਰ ਸੇ ਜਿਹੜੀ ਨਾ ਥਿਊਰੀ ਵਿੱਚ ਹੀ ਅਗੇਂਸਟ ਦਾ ਕਨਸਟੀਟਿਊਸ਼ਨ ਹੈ, ਅਗੇਂਸਟ ਦਾ ਰਾਈਟ ਟੂ ਲਾਈਫ ਹੈ, ਅਗੇਂਸਟ ਦਾ ਸਾਰੀਆਂ ਜਜਮੈਂਟਸ ਆਫ ਸੁਪਰੀਮ ਕੋਰਟ ਹੈ। ਜਿਹੜੀ ਲਾਈਫ ਹੈ, ਘੱਟੋ ਘੱਟ ਫੂਡ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਲਾਈਫ ਹੁੰਦੀ ਹੈ, ਔਰ ਲਾਈਫ ਨੂੰ ਬਚਾਉਣਾ, ਆਪਣੇ ਸਿਟੀਜ਼ਨ ਦੀ ਲਾਈਫ ਨੂੰ ਪ੍ਰੋਟੈਕਟ ਕਰਨਾ, ਇਹ ਵੱਡਾ ਫੰਡਾਮੈਂਟਲ ਰਾਈਟ ਹੈ ਔਰ ਵੱਡਾ ਸਰਕਾਰ ਦੀ ਜ਼ਿੰਮੇਵਾਰੀ ਹੈ। ਸੋ ਉਹ ਜ਼ਿੰਮੇਵਾਰੀ ਨੂੰ ਤੁਸੀਂ ਰਿਵਰਸ ਕਰਕੇ ਵੱਡੇ ਬਿਜ਼ਨਸਮੈਨ ਨੂੰ ਜਾਂ ਕਾਰਪੋਰੇਸ਼ਨ ਨੂੰ ਜਾਂ ਪ੍ਰਾਈਵੇਟ ਬੰਦੇ ਨੂੰ ਸੌਂਪ ਦੋਗੇ ਤਾਂ ਉਹ ਇਹ ਜ਼ਿੰਮੇਵਾਰੀ ਨਾ ਹੀ ਉਹਨਾਂ ਨੂੰ ਸੰਵਿਧਾਨ ਕਹਿੰਦਾ ਕਿ ਤੁਸੀਂ ਕਰਨਾ, ਨਾ ਹੀ ਉਹ ਕਰ ਸਕਦੇ ਨੇ। ਕਿਉਂਕਿ ਉਹਨਾਂ ਦਾ ਤਾਂ ਅਲਟੀਮੇਟਲੀ ਪ੍ਰਾਈਵੇਟ ਬੰਦਾ ਤਾਂ ਸਵਾਏ ਦੋ ਚ ਪੈਸੇ ਕਮਾਉਣ ਤੋਂ ਇਲਾਵਾ ਕੋਈ ਨਹੀਂ ਕੁਝ ਸੋਚ ਸਕਦਾ। ਉਹ ਕੋਈ ਸੇਵਾ ਨਹੀਂ ਕਰ ਸਕਦਾ। ਸੇਵਾ ਗੁਰਦੁਆਰੇ ਸਾਹਿਬ ਕਰ ਸਕਦੇ ਨੇ, ਥੋੜੇ ਬਹੁਤੇ ਚੈਰੀਟੇਬਲ ਆਰਗੇਨਾਈਜੇਸ਼ਨ ਕਰ ਸਕਦੀਆਂ ਨੇ, ਬਟ ਸੇਵਾ ਅਲਟੀਮੇਟਲੀ ਸਾਰੇ ਦੇਸ਼ ਦੀ ਤਾਂ ਸਰਕਾਰ ਦੀ ਡਿਊਟੀ ਲਾਈ ਹੈ। ਜੀ ਬੈਂਸ ਸਾਹਿਬ, ਇੱਕ ਜਿਹੜੀ ਗੱਲ ਅਕਾਲੀ ਦਲ ਕਹਿ ਰਿਹਾ ਹੈ ਕਿ ਸਰਕਾਰੀ ਮੰਡੀ ਐਲਾਨ ਦਿਓ ਪੰਜਾਬ ਨੂੰ, ਉਹ ਕਿੱਥੋਂ ਤੱਕ ਜਾਇਜ਼ ਹੈ? ਕਾਨੂੰਨੀ ਤੌਰ ਤੇ ਕਿੱਥੋਂ ਤੱਕ ਜਾਇਜ਼ ਹੈ? ਹੋ ਸਕਦਾ ਹੈ ਏਦਾਂ? ਜੇ ਹੋ ਸਕਦਾ ਹੈ ਤਾਂ ਉਹਦੇ ਚ ਕਿਸਾਨਾਂ ਦਾ ਭਲਾ ਕਿੱਥੇ ਹੈ? ਉਹਦੇ ਵਿੱਚ ਤਾਂ ਜੋ ਸੈਂਟਰਲ ਗਵਰਨਮੈਂਟ ਨੇ ਕਿਹਾ ਜਿੱਥੋਂ ਮਰਜ਼ੀ ਖਰੀਦੋ, ਜਿਹੜਾ ਮਰਜ਼ੀ ਖਰੀਦੋ, ਉਹੀ ਮਤਲਬ ਹੈ ਨਾ। ਜੋ ਅਕਾਲੀ ਦਲ ਕਹਿ ਰਿਹਾ ਔਰ ਜੋ ਸੈਂਟਰਲ ਗਵਰਨਮੈਂਟ ਕਹਿ ਰਹੀ ਹੈ ਇੱਕੋ ਗੱਲ ਹੈ। ਜੀ ਸਰਕਾਰ ਕਹਿ ਰਹੀ ਹੈ ਕਿ ਕੋਈ ਬੰਦਾ ਜਿੱਥੋਂ ਮਰਜ਼ੀ ਖਰੀਦ ਲੈ ਔਰ ਜਿੱਥੋਂ ਮਰਜ਼ੀ ਖਰੀਦ ਲੈ ਔਰ ਜਿਹੜੇ ਮਰਜ਼ੀ ਪ੍ਰਾਈਸ ਤੇ ਖਰੀਦ ਲੈ। ਉਹ ਕਹਿ ਰਿਹਾ ਸਾਰੇ ਪੰਜਾਬ ਨੂੰ ਇੱਕ ਮੰਡੀ ਡਿਕਲੇਅਰ ਕਰ ਦਿਓ। ਉਹ ਔਰ ਉਹਦਾ ਇਹ ਮਤਲਬ ਹੈ ਕਿ ਫਿਰ ਮੰਡੀ ਤੇ ਟੈਕਸ ਲਾਓ। ਟੈਕਸ ਜਿਹੜਾ, ਕਿਉਂਕਿ ਮੰਡੀ ਜਿਹੜੀ ਡੈਜ਼ਿਗਨੇਟਡ ਮੰਡੀ ਹੈ ਅੰਡਰ ਦਾ ਐਗਰੀਕਲਚਰ ਪ੍ਰੋਡਿਊਸ ਐਕਟ 1961 ਦੇ ਵਿੱਚ, ਉੱਥੇ ਟੈਕਸ ਲੱਗਦਾ ਜੇ ਤੁਸੀਂ ਕੋਈ ਲੈ ਕੇ ਆਉਣੇ ਵੇਚਣ ਲਈ ਜਾਂ ਖਰੀਦਣ ਲਈ। ਉਹ ਟੈਕਸ ਤੋਂ ਬਚਾਉਣ ਲਈ ਸੈਂਟਰਲ ਗਵਰਨਮੈਂਟ ਨੇ ਕਹਿਤਾ ਕਿ ਸਾਰੇ ਜਿੱਥੋਂ ਮਰਜ਼ੀ ਖਰੀਦੋ,
ਜੇ ਤੁਸੀਂ ਮੰਡੀ ਵਿੱਚ ਵੇਚੋਗੇ ਤਾਂ ਉੱਥੇ ਟੈਕਸ ਲੱਗੇਗਾ, ਇੱਥੇ ਕੋਈ ਟੈਕਸ ਨਹੀਂ ਲੱਗੇਗਾ। ਹੁਣ ਉਹ ਅਕਾਲੀ ਦਲ ਕਹਿ ਰਿਹਾ ਕਿ ਜਿੱਥੋਂ ਖਰੀਦੋ ਟੈਕਸ ਲੱਗੇਗਾ, ਇੱਕੋ ਗੱਲ ਹੈ, ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ। ਇਹ ਆਜ਼ਾਦੀ ਤਾਂ ਫਾਰਮਰ ਨੂੰ ਹਮੇਸ਼ਾ ਹੀ ਸੀ, ਕੋਈ ਕਿਸੇ ਨੂੰ ਵੇਚ ਸਕਦਾ ਹੈ। ਫਾਰਮਰ ਦੇ ਵਿੱਚ ਕਦੀ ਪਾਬੰਦੀ ਨਹੀਂ ਸੀ, ਫਾਰਮਰ ਕਿਸੇ ਨੂੰ ਕਿਸੇ ਜਗ੍ਹਾ ਤੇ ਵੇਚ ਸਕਦਾ ਹੈ, ਪਾਬੰਦੀ ਸੀ ਖਰੀਦਣ ਵਾਲਿਆਂ ਤੇ। ਕਿਉਂਕਿ ਖਰੀਦਣ ਵਾਲੇ ਵਿੱਚ ਹੀ ਸਭ ਤੋਂ ਵੱਡੀ ਜਿਹੜੀ ਹੁੰਦੀ ਨਾ ਜੀ, ਜਿਹੜੀ ਸਪੈਕੂਲੇਸ਼ਨ ਕਹਿ ਲਓ, ਜਿਹੜਾ ਮੁਨਾਫਾਖੋਰੀ ਦਾ ਸਕੋਪ ਹੈ, ਉਹ ਖਰੀਦਣ ਵਾਲਿਆਂ ਵਿੱਚ ਹੁੰਦਾ ਹੈ। ਕਿਉਂਕਿ ਖਰੀਦਦੇ ਉਦੋਂ ਹੈ ਜਦੋਂ ਉਦੋਂ ਚੀਜ਼ਾਂ ਸਸਤੀਆਂ ਹੁੰਦੀਆਂ, ਥੋਕ ਦੇ ਭਾਅ ਖਰੀਦਦੇ ਹੈ ਤੇ ਉਹਨੂੰ ਲੈ ਕੇ ਉੱਥੇ ਵੇਚਦੇ ਜਿੱਥੇ ਵਾਕਿਆ ਹੀ ਲੋੜ ਹੁੰਦੀ ਹੈ। ਸੋ ਇਸੇ ਚੀਜ਼ ਨੂੰ ਰੋਕਣ ਲਈ ਤਾਂ ਐਸੈਂਸ਼ੀਅਲ ਕਮੋਡਿਟੀਜ਼ ਐਕਟ ਬਣਿਆ ਸੀ ਕਿ ਘੱਟੋ ਘੱਟ ਫੂਡ ਤੇ ਤੁਸੀਂ ਕੋਈ ਪ੍ਰੋਫਿਟਿੰਗ ਨਹੀਂ ਕਰੋਗੇ। ਜਿੱਦਾਂ ਅਸੀਂ ਕਹਿੰਦੇ ਨਾ ਕਿ ਐਜੂਕੇਸ਼ਨ ਨੂੰ ਵੇਚਿਆ ਨਹੀਂ ਜਾਏਗਾ, ਲੋਕਾਂ ਦੇ ਜਿਹੜੇ ਪੇਟ ਤੇ ਤੁਸੀਂ ਕੋਈ ਪੋਲਿਟਿਕਸ ਨਹੀਂ ਕਰੋਗੇ, ਤੁਸੀਂ ਕੋਈ ਮੁਨਾਫਾਖੋਰੀ ਨਹੀਂ ਕਰੋਗੇ, ਤੁਸੀਂ ਕੋਈ ਬਿਜ਼ਨਸ ਨਹੀਂ ਕਰੋਗੇ। ਇਹ ਜਿਹੜਾ ਬੇਸਿਕ ਪ੍ਰਿੰਸੀਪਲ ਹੈ ਵੈਲਫੇਅਰ ਸਟੇਟ ਦਾ, ਇਸੇ ਪ੍ਰਿੰਸੀਪਲ ਨੂੰ ਹੀ ਤਾਂ ਇਹਨਾਂ ਐਕਟ ਨੇ ਖਤਮ ਕੀਤਾ, ਜਿਹਦੇ ਕਰਕੇ ਲੋਕਾਂ ਨੂੰ ਵੀ ਗੁੱਸਾ ਹੈ ਤੇ ਕਿਸਾਨਾਂ ਨੂੰ ਵੀ ਗੁੱਸਾ ਹੈ। ਔਰ ਇਹ ਹੈਰਾਨੀ ਦੀ ਗੱਲ ਹੈ ਕਿ ਸੈਂਟਰਲ ਗਵਰਨਮੈਂਟ ਜਿਹੜੀ ਲੋਕਾਂ ਨੇ ਆਪ ਇਲੈਕਟ ਕੀਤੀ ਹੈ, ਉਹ ਸਭ ਤੋਂ ਵੱਡਾ ਉਹਨਾਂ ਦੇ ਢਿੱਡ ਤੇ ਅਟੈਕ ਕੀਤਾ ਉਹਨਾਂ ਨੇ ਇਦਾਂ ਦੇ ਐਕਟ ਬਣਾ ਕੇ। ਜੀ, ਇੱਕ ਆੜਤੀਆਂ ਤੇ ਕਿਸ ਤਰ੍ਹਾਂ ਦਾ ਅਸਰ ਪੈ ਰਿਹਾ ਹੈ ਇਸ ਦੇ ਨਾਲ? ਆੜਤੀਏ ਵੀ ਜਿਹੜਾ ਹੁਣ ਜਿਵੇਂ ਵਿਚੋਲਿਆਂ ਨੂੰ ਲੈ ਕੇ ਸਵਾਲ ਉੱਠ ਰਹੇ ਨੇ, ਅੱਜ ਜੋ ਕੁਝ ਹੋਇਆ ਉਹ ਵੀ ਲਗਾਤਾਰ ਚਰਚਾ ਦੇ ਵਿੱਚ ਹੈ ਕਿ ਆੜਤੀਆਂ ਦਾ ਰੋਲ ਜਿਹੜਾ ਉਹ ਖਤਮ ਕਰ ਦਿੱਤਾ ਜਾਏਗਾ, ਇਹਨੂੰ ਕਿੱਦਾਂ ਦੇਖਦੇ ਹੋ? ਆੜਤੀਆਂ ਦਾ ਰੋਲ, ਹਾਲਾਂਕਿ ਉਹ ਐਕਟ ਦਾ ਆੜਤੀਆਂ ਦੀ ਗੱਲ ਨਹੀਂ ਕਰ ਰਿਹਾ, ਉਸ ਸਭ ਨਾਲ ਆੜਤੀਆਂ ਦਾ ਰੋਲ ਇਨਫਾਰਮਲ ਸੈਕਟਰ 'ਚ ਬਣ ਜਾਏਗਾ। ਕਿਉਂਕਿ ਆਪਾਂ ਦੇਖਿਆ ਕਿਰਾਏ ਤੇ ਵੀ ਘਰ ਦੇਣਾ ਤਾਂ ਤੁਹਾਨੂੰ ਕੋਈ ਨਾ ਕੋਈ ਪ੍ਰੋਪਰ ਡੀਲਰ ਲੱਭਣਾ ਪੈਂਦਾ ਹੈ। ਉੱਥੇ ਕੋਈ ਕਾਨੂੰਨ ਦਾ ਤੱਕ ਨਹੀਂ ਹੈ। ਜਿਹੜਾ ਮਿਡਲਮੈਨ ਹੈ, ਜਿਹੜਾ ਕੰਮ ਜਿਹਦੇ ਕੋਲ ਕੋਈ ਕਿਸਾਨ ਨਹੀਂ ਹੈ, ਫਿਰ ਵੀ ਕਿਸਾਨ ਨੂੰ ਬੜੇ ਬੰਦਿਆਂ ਦੀ ਲੋੜ ਪਏਗੀ। ਫਸਲ ਨੂੰ ਸਾਫ਼ ਕਰਨਾ ਪੈਂਦਾ ਹੈ, ਫਸਲ ਨੂੰ ਕੋਈ ਕੰਟੈਕਟ ਕਰੇਗਾ, ਕਿਸੇ ਪ੍ਰਾਈਵੇਟ ਬੰਦੇ ਨੇ ਵੇਚਣਾ ਹੈ, ਤਾਂ ਉਹ ਇੱਕ ਕਲਾਸ ਰਹੇਗੀ। ਇਸ ਸਾਡੇ ਪੰਜਾਬ ਐਕਟ ਵਿੱਚ ਤਾਂ ਉਹਨਾਂ ਨੇ ਆੜਤੀਆਂ ਨੂੰ ਸਟੈਚੂਟਰੀ ਕਾਨੂੰਨ ਦੇ ਮੁਤਾਬਿਕ ਰੋਲ ਦਿੱਤਾ ਹੈ, 2.5% ਕਮਿਸ਼ਨ ਉਹਨੂੰ ਮਿਲਦਾ ਹੈ। ਉਹ ਰੋਲ ਤਾਂ ਬਹੁਤ ਅਹਿਮ ਹੈ। ਸੈਂਟਰਲ ਐਕਟ ਵਿੱਚ ਉਹਨਾਂ ਨੇ ਬਿਲਕੁਲ ਕਮਿਸ਼ਨ ਦੀ ਗੱਲ ਹੀ ਨਹੀਂ ਕੀਤੀ। ਉਹਨਾਂ ਨੇ ਕਿਹਾ ਡਾਇਟ ਆਏ ਤੇ ਡਾਇਟ ਖਰੀਦੋ ਤੁਸੀਂ। ਸੋ ਉਸ ਹਿਸਾਬ ਨਾਲ ਆੜਤੀਆਂ ਦਾ ਤਾਂ ਬਿਲਕੁਲ ਆਸਥਾ ਹੀ ਖਤਮ ਕਰਤੀ, ਉਹਨਾਂ ਦੀ ਐਗਜ਼ਿਸਟੈਂਸ ਹੀ ਖਤਮ ਕਰਤੀ ਸੈਂਟਰਲ ਐਕਟ ਨੇ। ਮਗਰ ਅਸਲ ਵਿੱਚ ਪ੍ਰੈਕਟੀਕਲੀ ਆੜਤੀਆਂ ਕਦੀ ਖਤਮ ਨਹੀਂ ਹੋ ਸਕਦੇ, ਕਿਉਂਕਿ ਇਹ ਵੀ ਇੱਕ ਸਪੈਸ਼ਲਾਈਜ਼ਡ ਜੌਬ ਹੈ। ਖਰੀਦਣ ਵਾਲੇ ਨੂੰ ਔਰ ਵੇਚਣ ਵਾਲੇ ਨੂੰ ਮਿਲਾਉਣਾ, ਉਹਨਾਂ ਦਾ ਕੰਟਰੈਕਟ ਸਾਈਨ ਕਰਾਉਣਾ, ਚਾਹੇ ਉਹ ਕੋਈ ਨਾ ਕੋਈ ਤਾਂ ਉਹ ਕੰਮ ਕਰੇਗਾ ਹੀ ਨਾ। ਉਹ ਉਹਨਾਂ ਨੂੰ ਤੁਸੀਂ ਆੜਤੀ ਕਹਿ ਦਿਓ, ਤੁਸੀਂ ਮਿਡਲਮੈਨ ਕਹਿ ਦਿਓ, ਉਹਨਾਂ ਨੂੰ ਕਮਿਸ਼ਨ ਏਜੰਟ ਕਹਿ ਦਿਓ, ਬਟ ਉਹ ਕੋਈ ਨਾ ਕੋਈ ਕੰਮ ਇਸ ਵਿੱਚ ਵੀ ਕਰੇਗਾ। ਉਹਨਾਂ ਦਾ ਕਦੀ ਰੋਲ ਪੂਰਾ ਨਹੀਂ ਹੋਏਗਾ। ਬਟ ਇਸ ਪਹਿਲੇ ਐਕਟ ਵਿੱਚ ਉਹਨਾਂ ਦਾ ਰੋਲ ਬੜਾ ਅਹਿਮ ਬਣਾਇਆ ਗਿਆ ਸੀ। ਮੰਡੀ ਬੋਰਡ ਦੀ ਜਿਹੜੀਆਂ ਮੰਡੀਆਂ ਵੀ ਸੀ, ਉੱਥੇ ਕਮਿਸ਼ਨ ਏਜੰਟ ਬਾਏ ਕਾਨੂੰਨ ਹੀ 2.5% ਕਮਿਸ਼ਨ ਲੈਂਦੇ ਸੀ, ਜਿਹੜਾ ਕਿ ਬਹੁਤ ਜ਼ਿਆਦਾ ਕਮਿਸ਼ਨ ਹੈ। ਕੰਮ ਉਹਨਾਂ ਦਾ ਕਿਤੇ ਘੱਟ ਹੈ। ਔਰ ਪਹਿਲਾਂ ਉਹ ਪੇਮੈਂਟ ਬੜੀ ਮੁਸ਼ਕਿਲ ਨਾਲ ਡਾਇਰੈਕਟ ਕਰਨੀ ਸ਼ੁਰੂ ਕੀਤੀ ਸੀ ਉਹਨਾਂ ਨੇ ਥਰੂ ਚੈੱਕ। ਜੀ ਬੈਂਸ ਸਾਹਿਬ, ਹੁਣ ਜੇ ਆਪਾਂ ਗੱਲ ਕਰੀਏ ਕਿ ਰਾਜਪਾਲ ਸਾਹਿਬ ਤੋਂ ਬਾਅਦ ਬਿੱਲ ਰਾਸ਼ਟਰਪਤੀ ਸਾਹਿਬ ਤੱਕ ਦੇ ਸਾਈਨ ਹੋਣ ਜਾਂ ਨਾ ਹੋਣ, ਕੀ ਕਾਨੂੰਨੀ ਤੌਰ ਤੇ ਇਸ ਨੂੰ ਅੱਗੇ ਜਾ ਕੇ ਕਿਤੇ ਚੈਲੰਜ ਕੀਤਾ ਜਾ ਸਕਦਾ ਹੈ? ਜੇ ਕੇਂਦਰ ਸਰਕਾਰ ਨਾ ਮੰਨੇ ਤਾਂ ਕਿਸ ਤਰੀਕੇ ਦੇ ਨਾਲ ਇਹਨੂੰ ਚੈਲੰਜ ਕੀਤਾ ਜਾਊਗਾ? ਦੇਖੋ, ਪ੍ਰੈਜ਼ੀਡੈਂਟ ਦਾ ਅਸੈਂਟ ਜ਼ਰੂਰੀ ਹੈ, ਕਿਉਂਕਿ ਤੁਸੀਂ ਸੈਂਟਰਲ ਐਕਟ ਨੂੰ ਅਮੈਂਡ ਕੀਤਾ ਹੈ। ਪ੍ਰੈਜ਼ੀਡੈਂਟ ਅਸੈਂਟ ਕਿਉਂ ਨਹੀਂ ਦੇਗਾ? ਕਿਉਂਕਿ ਉਹ ਬਾਉਂਡ ਹੈ ਕੈਬਨਿਟ ਦੇ ਐਡਵਾਈਸ ਤੇ। ਕੈਬਨਿਟ ਹੈਗੀ ਹੈ ਸੈਂਟਰਲ ਗਵਰਨਮੈਂਟ, ਸੋ ਸੈਂਟਰਲ ਗਵਰਨਮੈਂਟ ਜਿਹੜੇ ਕਹਿਣ ਤੇ ਕਾਨੂੰਨ ਬਣਿਆ ਹੈ, ਉਹ ਇਹਨਾਂ ਕਾਨੂੰਨਾਂ ਨੂੰ ਜਿਹੜੇ ਬਿਲਕੁਲ ਉਹਦੇ ਆਪਣੇ ਕਾਨੂੰਨ ਖਤਮ ਕਰ ਰਹੀ ਹੈ, ਕਦੀ ਵੀ ਉਹਨੂੰ ਸਹਿਮਤੀ ਨਹੀਂ ਦੇਗੀ। ਉਸ ਸਟੇਜ ਤੇ ਕਿਸੇ ਨਾ ਕਿਸੇ ਬੰਦੇ ਨੂੰ, ਚਾਹੇ ਪੰਜਾਬ ਸਰਕਾਰ ਹੋਵੇ, ਚਾਹੇ ਕੋਈ ਪ੍ਰਾਈਵੇਟ ਕਿਸਾਨ ਹੋਵੇ, ਉਹਨੂੰ ਸੈਂਟਰਲ ਐਕਟ ਨੂੰ ਚੈਲੰਜ ਹੀ ਕਰਨਾ ਪਏਗਾ। ਪੰਜਾਬ ਦਾ ਜਿਹੜਾ ਐਕਟ ਹੈ ਬੜਾ ਪੋਲੀਟੀਕਲ ਹੈ, ਇੱਕ ਮੋਰਲ ਸਟੇਟਮੈਂਟ ਹੈ, ਬਟ ਇਹਦਾ ਪ੍ਰੈਕਟੀਕਲੀ ਤਾਂ ਅਸਰ ਹੋਣਾ ਨਹੀਂ, ਕਿਉਂਕਿ ਕਿਸੇ ਵੀ ਤਰੀਕੇ ਨਾਲ। ਬਟ ਪੰਜਾਬ ਦੇ ਹਾਲਾਤ ਬਹੁਤ ਸਟਰੋਂਗ ਹੈ। ਪੰਜਾਬ ਦੇ ਕੋਲ ਐਕਚੁਅਲੀ ਪਾਵਰ ਹੈ, ਲੈਜਿਸਲੇਟਿਵ ਪਾਵਰ ਸਿਰਫ ਪੰਜਾਬ ਕੋਲ ਹੈ, ਸਟੇਟਸ ਕੋਲ ਹੈ ਇਦਾਂ ਦੇ ਕਾਨੂੰਨ ਬਣਾਉਣ ਦੀ। ਔਰ ਜਦੋਂ ਸਟੇਟ ਨੇ ਉਹ ਕਾਨੂੰਨ ਬਣਾਇਆ ਹੋਵੇ, ਆਲਰੇਡੀ ਕੰਟਰੈਕਟ ਫਾਰਮਿੰਗ ਐਕਟ ਸਟੇਟ ਨੇ ਕਾਨੂੰਨ ਬਣਾਇਆ ਹੋਵੇ, ਐਗਰੀਕਲਚਰ ਮਾਰਕੀਟਿੰਗ ਐਕਟ, ਉਸ ਵੇਲੇ ਸੈਂਟਰਲ ਗਵਰਨਮੈਂਟ ਬਿਨਾਂ ਸਟੇਟ ਤੋਂ ਪੁੱਛੇ ਉਹਨਾਂ ਦੇ ਉੱਤੇ ਇੰਪੋਜ਼ ਕਰੇ, ਤਾਂ ਫਿਰ ਅਲਟੀਮੇਟਲੀ ਕੋਰਟ ਵਿੱਚ ਇਹ ਜ਼ਰੂਰ ਸਵਾਲ ਹੋਏਗਾ ਕਿ ਕਿਹਦੇ ਕੋਲ ਜ਼ਿਆਦਾ ਕੰਪੀਟੈਂਸ ਹੈ। ਪਾਰਲੀਮੈਂਟ ਇਹਨਾਂ ਮਾਮਲਿਆਂ ਤੇ ਬਣਾ ਸਕਦੀ ਹੈ ਜਾਂ ਸਟੇਟ ਲੈਜਿਸਲੇਸ਼ਨ ਬਣਾ ਸਕਦੀ ਹੈ। ਔਰ ਜਿਹੜਾ ਵੀ ਪੜ੍ਹਦਾ ਲਿਸਟਾਂ ਨੂੰ, ਉਹਨਾਂ ਨੂੰ ਸਪਸ਼ਟ ਦਿਖ ਜਾਂਦਾ ਹੈ ਕਿ 97 ਐਂਟਰੀ ਵਿੱਚ ਇੱਕ ਵੀ ਐਂਟਰੀ ਐਗਰੀਕਲਚਰ ਰਿਲੇਟਡ ਨਹੀਂ ਹੈ ਸੈਂਟਰਲ ਗਵਰਨਮੈਂਟ ਕੋਲ। ਇਹਨਾਂ ਦੇ 66 ਐਂਟਰੀਆਂ ਵਿੱਚ 9 ਐਂਟਰੀਆਂ ਡਾਇਰੈਕਟਲੀ ਐਗਰੀਕਲਚਰ ਰਿਲੇਟਡ ਹੈ। ਤੇ ਜਿਹੜੀਆਂ ਐਂਟਰੀਜ਼ ਹੈਗੀਆਂ, ਜਿਹੜਾ ਲਿਸਟ ਹੁੰਦਾ ਕਿ ਤੁਸੀਂ ਦੋਨੋਂ ਪਾਰਲੀਮੈਂਟ ਤੇ ਸਟੇਟ ਲੈਜਿਸਲੇਚਰ ਕਾਨੂੰਨ ਬਣਾ ਸਕਦੇ ਆ, ਉਹਨਾਂ ਵਿੱਚ ਇੱਕ ਸਿਰਫ ਹੈ ਟ੍ਰੇਡ ਐਂਡ ਕਮਰਸ ਇਨ ਫੂਡ ਸਟਫ। ਉਹ ਵੀ ਫੂਡ ਗ੍ਰੇਨ ਦੀ ਗੱਲ ਨਹੀਂ ਕਰਦੇ, ਉਹ ਵੀ ਅਨਾਜ ਦੀ ਗੱਲ ਨਹੀਂ ਕਰਦੇ, ਉਹ ਕਹਿੰਦੇ ਫੂਡ ਸਟਫ। ਫੂਡ ਸਟਫ ਜਿੱਦਾਂ ਆਮ ਬੰਦਾ ਸਮਝਦਾ ਹੈ, ਫੂਡ ਸਟਫ ਹੁੰਦਾ ਜਿਹੜਾ ਬਣਿਆ, ਜਿੱਦਾਂ ਜੂਸ ਬਣਾ ਲੈਣਾ ਵੇਚਣਾ, ਉਹਦੀ ਵਾਈਨ ਬਣਾਉਣੀ ਫੂਡ ਸਟਫ ਤੋਂ, ਫੂਡ ਸਟਫ ਦੇ ਕੋਈ ਜੈਮ ਬਣਾ ਕੇ ਭੇਜਣਾ। ਫੂਡ ਸਟਫ ਦਾ ਮਤਲਬ ਇਹ ਹੁੰਦਾ ਪ੍ਰੀਪੇਅਰਡ ਫਾਈਨਲ ਫੂਡ। ਕਣਕ ਫਾਈਨਲ ਫੂਡ ਨਹੀਂ ਹੈਗੀ।
ਤੁਸੀਂ ਕਣਕ ਦੀਆਂ ਰੋਟੀਆਂ ਬਣਾ ਕੇ ਉਹਦਾ ਪੈਕੇਜ ਕਰਕੇ ਪ੍ਰੀਪੇਅਰਡ ਫੂਡ ਜਿੱਦਾਂ ਟ੍ਰੇਸ ਦੇ ਵਿੱਚ ਵਿਕਦਾ ਹੈ ਉਹਨੂੰ ਵੇਚਣਾ, ਉਹਦਾ ਟ੍ਰੇਡ ਕੀਤਾ ਜਾ ਸਕਦਾ, ਉਹ ਸੈਂਟਰਲ ਗਵਰਨਮੈਂਟ ਕਾਨੂੰਨ ਬਣਾ ਸਕਦੀ ਹੈ। ਪਰ ਜਿਹੜਾ ਫੂਡ ਗ੍ਰੇਨਸ ਹੈ ਜਿੱਦਾਂ ਡਿਫਾਈਨ ਕਰ ਚੁੱਕੇ ਆਪਾਂ ਆਲਰੇਡੀ 2013 ਦਾ ਸੈਂਟਰਲ ਐਕਟ, ਉਹ ਸਰਟਨਲੀ ਸੈਂਟਰ ਵਿੱਚ ਨਹੀਂ ਆਉਂਦੇ, ਬਟ ਇਹਦਾ ਇਸਤੇਮਾਲ ਕਰ ਰਹੀ ਹੈ ਸਰਕਾਰ, ਸੈਂਟਰਲ ਗਵਰਨਮੈਂਟ। ਤਾਂ ਇਸ ਕਰਕੇ ਉਹਨਾਂ ਦਾ ਕੇਸ ਸੁਪਰੀਮ ਕੋਰਟ ਜਾਂ ਕੋਰਟ ਵਿੱਚ ਤਾਂ ਬਹੁਤ ਵੀਕ ਹੈ। ਪੰਜਾਬ ਦਾ ਕੇਸ ਕਿਤੇ ਸਟਰੋਂਗ ਹੈਗਾ। ਤਾਂ ਜਦੋਂ ਵੀ ਇਹ ਅਲਟੀਮੇਟਲੀ ਬਹਿਸ ਹੋਏਗੀ ਜਾਂ ਲੜਾਈ ਹੋਏਗੀ ਸੁਪਰੀਮ ਕੋਰਟ ਦੇ ਵਿੱਚ, ਤਾਂ ਸੰਭਾਵਨਾ ਹੈ ਕਿ ਪੰਜਾਬ ਦਾ ਕੇਸ ਪੰਜਾਬ ਹੀ ਕੇਸ ਜਿੱਤੇਗਾ। ਮਗਰ ਜਦੋਂ ਸੈਂਟਰਲ ਸੈਂਟਰਲ ਕਾਨੂੰਨ ਹੀ ਸੁਪਰੀਮ ਕੋਰਟ ਅਲਟਰਾ ਵਾਇਰਸ ਡਿਕਲੇਅਰ ਕਰ ਦੇਗਾ ਤਾਂ ਇਹਨਾਂ ਦੇ ਅਮੈਂਡਮੈਂਟ ਦਾ ਵੀ ਅਸਰ ਦੀ ਲੋੜ ਨਹੀਂ ਰਹਿ ਜਾਂਦੀ, ਉਹ ਵੀ ਨਾਲ ਹੀ ਚਲੇ ਜਾਏਗਾ ਤੇ ਜਿਹੜਾ ਪੁਰਾਣਾ ਕਾਨੂੰਨ ਹੈ ਉਹੀ ਲਾਗੂ ਰਹੇਗਾ। ਇਹੀ ਇਹ ਕਹਿ ਰਹੇ ਪੰਜਾਬ ਗਵਰਨਮੈਂਟ, ਹੋਰ ਕੁਝ ਨਹੀਂ ਕਹਿ ਰਹੀ, ਪੰਜਾਬ ਲੈਜਿਸਲੇਚਰ ਹੋਰ ਕੁਝ ਨਹੀਂ ਕਹਿ ਰਹੀ ਕਿ 4 ਜੂਨ 2020 ਤੋਂ ਪਹਿਲਾਂ ਦੀ ਹਾਲਾਤ ਅਸੀਂ ਚਾਹੁੰਦੇ ਹਾਂ ਉਹੀ ਰਹੇ। ਉਹ ਹਾਲਾਤ ਤਾਂ ਹੀ ਰਹੇਗੀ ਜੇ ਕਾਨੂੰਨ ਖਤਮ ਹੁੰਦੇ ਨੇ, ਔਰ ਜੇ ਕਾਨੂੰਨ ਖਤਮ ਹੁੰਦੇ ਨੇ ਤਾਂ ਵਾਪਸ ਪੁਰਾਣੇ ਮੁਤਾਬਿਕ ਸਾਰਾ ਚੱਲੇਗਾ, ਐਗਰੀਕਲਚਰ ਸੇਲ ਐਂਡ ਪਰਚੇਸ। ਜੀ ਬੈਂਸ ਸਾਹਿਬ, ਤੁਸੀਂ ਕਿਸਾਨਾਂ ਦੇ ਮਸਲੇ ਨੂੰ ਬੜਾ ਨੇੜੇ ਤੋਂ ਤੱਕ ਰਹੇ ਹੋ, ਤੁਹਾਡੇ ਕੋਲ ਕਿਸਾਨਾਂ ਦੇ ਜਿਹੜੇ ਉਹ ਕੇਸ ਵੀ ਇਸ ਮਸਲੇ ਵਿੱਚ ਉਹਨਾਂ ਨੇ ਤੁਹਾਨੂੰ ਜਿਹੜਾ ਕਾਨੂੰਨੀ ਤੌਰ ਤੇ ਰੱਖਿਆ ਹੋਇਆ। ਇਹ ਦੱਸੋ ਕਿ ਹੁਣ ਕਿਸਾਨੀ ਸੰਘਰਸ਼ ਅਖੀਰ ਦੇ ਵਿੱਚ ਹੁਣ ਕਿਸ ਤਰੀਕੇ ਦੇ ਨਾਲ ਇਸ ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ, ਕਿਸ ਤਰ੍ਹਾਂ ਸਫਲਤਾ ਮਿਲ ਸਕਦੀ ਹੈ, ਕਾਨੂੰਨੀ ਤੌਰ ਤੇ ਕੀ ਸੋਚਦੇ ਹੋ? ਦੇਖੋ, ਸਫਲਤਾ ਦਾ ਜਿਹੜਾ ਫਾਈਨਲ ਸੋਲੂਸ਼ਨ ਤਾਂ ਉਹੀ ਹੈ ਕਿ ਸਾਨੂੰ ਜਦੋਂ ਦੇਸ਼ ਦੇ ਵਿੱਚ ਕਿਸੇ ਚੀਜ਼ ਦੀ ਲੋੜ ਨਾ ਰਵੇ, ਕਣਕ ਔਰ ਚਾਵਲ ਦੀ ਲੋੜ ਨਹੀਂ ਹੈ, ਪੈਡ ਦੀ ਲੋੜ, ਸਾਨੂੰ ਉਹਦੀ ਪ੍ਰੋਡਕਸ਼ਨ ਘਟਾਉਣੀ ਪੈਣੀ। ਉਹ ਘਟਾਉਣ ਦਾ ਜਿਹੜਾ ਮੈਕੈਨਿਜ਼ਮ ਹੈ ਉਹ ਤੁਹਾਨੂੰ ਪੰਜਾਬ ਨੂੰ ਸਪੈਸ਼ਲ ਪੈਕੇਜ ਹੀ ਦੇਣਾ ਪੈਣਾ ਸੈਂਟਰਲ ਗਵਰਨਮੈਂਟ ਨੂੰ। ਉਸ ਪੈਕੇਜ ਲਈ ਤੁਹਾਨੂੰ ਸੈਂਟਰਲ ਗਵਰਨਮੈਂਟ ਨੂੰ ਮਜਬੂਰ ਕਰਨਾ ਪੈਣਾ ਜਾਂ ਸਮਝਾਉਣਾ ਪੈਣਾ। ਤਾਂ ਉਹ ਉਹਦਾ ਤਾਂ ਗੱਲ ਸਮਝਦੇ ਨਹੀਂ ਹੈ, ਨਾ ਤਾਂ ਉਹ ਸਿੱਧਾ ਨੈਗੋਸ਼ੀਏਟ ਕਰਦੇ ਹੈ। ਸੋ ਸਰਕਾਰ ਇੰਨੀ ਢੀਠ ਹੈ ਕਿ ਉਹਨਾਂ ਨੂੰ ਸਵਾਏ ਐਜੀਟੇਸ਼ਨ ਤੋਂ ਹੋਰ ਕੋਈ ਤਰੀਕਾ ਸਮਝ ਵੀ ਨਹੀਂ ਆਉਂਦਾ। ਤਾਂ ਉਸ ਕਰਕੇ ਕਿਸਾਨਾਂ ਨੂੰ ਪੰਜਾਬ ਗਵਰਨਮੈਂਟ ਦਾ ਇੱਕ, ਉਹਨਾਂ ਨੇ ਪੰਜਾਬ ਗਵਰਨਮੈਂਟ ਦਾ ਇੱਕ ਮੋਰਲ ਸਟੇਟਮੈਂਟ ਹੈ, ਹੱਲਾਸ਼ੇਰੀ ਹੈ ਕਿ ਤਾਂ ਅਸੀਂ ਤੁਹਾਡੇ ਨਾਲ ਹੈ। ਮਗਰ ਜਿਹੜਾ ਅਸਲੀ ਗੱਲ ਹੈ ਕਿ ਜਿਹਦੇ ਕੋਲ ਪਰਸ ਹੈ, ਜਿਹਦੇ ਕੋਲ ਪੈਸਾ ਹੈ, ਜਿਹਨੇ ਪਰਚੇਸ ਕਰਨਾ, ਜਿਹਨੇ ਸੈਂਟਰਲ ਪੂਲ ਬਣਾਉਣਾ ਹੈ, ਜੇ ਉਹੀ ਨਹੀਂ ਕੁਝ ਕਰੇਗੀ ਤੇ ਕਿਸਾਨ ਦਾ ਤਾਂ ਕੋਈ ਹੱਲ ਨਹੀਂ ਹੈਗਾ। ਕੌਣ ਪਰਚੇਸ ਕਰੇਗਾ? ਸੋ ਜਿੱਦਣ ਉਹਨਾਂ ਨੂੰ ਪਤਾ ਲੱਗੇਗਾ ਕਿ ਦੇਸ਼ ਦਾ ਕਿਸਾਨ ਬਾਕੀ ਦੇਸ਼ ਦੇ ਕਿਸਾਨਾਂ ਦੇ ਨਾਲ ਰਲ ਕੇ ਐਜੀਟੇਸ਼ਨ ਚਲਾਉਣੀ ਪਏਗੀ ਔਰ ਸੈਂਟਰਲ ਗਵਰਨਮੈਂਟ ਨੂੰ ਵੀ ਮਜਬੂਰ ਕਰਨਾ ਪਏਗਾ ਕਿ ਤੁਸੀਂ ਮਿਨੀਮਮ ਸਪੋਰਟ ਪ੍ਰਾਈਸ ਤੇ ਖਰੀਦ ਸ਼ੁਰੂ ਕਰੋ, ਕਿਉਂਕਿ ਉਹ ਕਾਨੂੰਨ ਤਾਂ ਹਲੇ ਵੀ ਹੈਗਾ। ਪ੍ਰਾਈਵੇਟ ਬੰਦੇ ਆਉਣਗੇ ਨਹੀਂ ਆਉਣਗੇ, ਉਹ ਤਾਂ ਆਉਣਗੇ ਨਹੀਂ। ਪ੍ਰਾਈਵੇਟ ਬੰਦੇ ਕਿਹੜਾ ਪਰਚੇਸ ਕਰੇਗਾ ਜਿੰਨੇ ਇੰਨੀ ਐਜੀਟੇਸ਼ਨ ਹੈ, ਜਿੱਥੇ ਵੱਡੇ ਵੱਡੇ ਅਦਾਨੀ ਉਹਨਾਂ ਦੇ ਗੋਡਾਊਨ ਵੀ ਲੋਕ ਅਲਾਉ ਨਹੀਂ ਕਰਦੇ, ਤਾਂ ਆਮ ਬੰਦਾ ਕਿਹੜਾ ਆਏਗਾ ਇੱਥੇ ਪਰਚੇਸ ਕਰਨ ਲਈ। ਇਸ ਕਰਕੇ ਅਲਟੀਮੇਟਲੀ ਤਾਂ ਸੈਂਟਰਲ ਗਵਰਨਮੈਂਟ ਨੂੰ ਮਜਬੂਰ ਕਰਨ ਦੀ ਲੋੜ ਹੈ, ਔਰ ਉਹ ਤਾਂ ਹੀ ਹੋਏਗੀ, ਉਹ ਇਕੱਲੇ ਪੰਜਾਬ ਦੇ ਕਿਸਾਨਾਂ ਤੋਂ ਡਰ ਕੇ ਨਹੀਂ ਹੋਏਗੀ, ਉਹ ਜਦੋਂ ਦੇਸ਼ ਦੇ ਕਿਸਾਨ ਪੂਰੇ ਇਕੱਠੇ ਹੋਣਗੇ ਤਾਂ ਹੀ ਹੋਏਗੀ। ਸੋ ਸਾਨੂੰ ਇਮੀਡੀਏਟਲੀ ਆਪਣੀ ਸਟੇਟ ਦੀ ਜਿਹੜੀ ਇਕਨੋਮਿਕ ਹਾਲਤ ਦੇਖਦੇ ਆਪਣੇ ਤਾਂ ਰੇਲ ਰੋਲ ਰਸਤੇ ਖੋਲ ਦੇਣੇ ਚਾਹੀਦੇ ਹੈ ਤੇ ਸਾਰੀ ਕੋਆਰਡੀਨੇਸ਼ਨ ਕਮੇਟੀ ਬਣਾ ਕੇ ਸਾਰਾ ਮੂੰਹ ਦਿੱਲੀ ਵੱਲ ਕਰਨਾ ਚਾਹੀਦਾ ਹੈ, ਭਾਰਤੀ ਜਨਤਾ ਪਾਰਟੀ ਵੱਲ ਕਰਨਾ ਚਾਹੀਦਾ, ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾਏ ਕਿ ਇਹ ਬੜਾ ਵੱਡਾ ਇਲੈਕਟਰਲ ਲਾਸ ਹੋਣ ਵਾਲਾ ਹੈ। ਔਰ ਇਹੋ ਜਿਹੀ ਸਰਕਾਰ ਜਿਹੜੀ ਕਿਸਾਨਾਂ ਨੂੰ ਨਹੀਂ ਸੁਣੇਗੀ, ਉਹ ਉਸ ਦੇਸ਼ ਵਿੱਚ ਕਿਵੇਂ ਰੂਲ ਕਰ ਸਕਦੀ ਜਿੱਥੇ 80% ਲੋਕ ਕਿਸਾਨ ਹੈ ਔਰ ਕਿਸਾਨੀ ਨਾਲ ਜੁੜੇ ਹੋਏ ਹੈ। ਇਹ ਮੈਸੇਜ ਜਦ ਤੱਕ ਨਹੀਂ ਜਾਂਦਾ ਗਵਰਨਮੈਂਟ ਨੂੰ ਜਾਂ ਸੈਂਟਰਲ ਗਵਰਨਮੈਂਟ ਨੂੰ, ਉਦ ਤੱਕ ਕਿਸਾਨਾਂ ਦਾ ਇਹ ਸੋਲੂਸ਼ਨ ਹੱਲ ਨਹੀਂ ਹੋਣਾ। ਸੋ ਇਹ ਲੰਬੀ ਸਟਰਗਲ ਹੈ। ਤਾਂ ਅਗਰ ਫਿਰ ਵੀ ਪੰਜਾਬ ਗਵਰਨਮੈਂਟ ਨੇ ਜੋ ਕੀਤਾ ਉਹਨਾਂ ਦੀ ਸਟਰਗਲ ਵਿੱਚ ਹੈਲਪ ਕਰਦੀ, ਮਦਦ ਕਰਦੀ। ਜੀ ਬੈਂਸ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਨੂੰ ਸਮਾਂ ਦੇਣ ਦੇ ਲਈ, ਧੰਨਵਾਦ। ਸੋ ਸਾਡੇ ਨਾਲ ਮੌਜੂਦ ਸਨ RS ਬੈਂਸ, ਜਿਹੜੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਉੱਗੇ ਵਕੀਲ ਨੇ, ਕਿਸੇ ਪਛਾਣ ਦੇ ਮੁਹਤਾਜ ਨਹੀਂ, ਲਗਾਤਾਰ ਜਿਹੜੇ ਸਮਾਜ ਸੇਵੀ ਜਿਵੇਂ ਕਹਿ ਲਓ ਕਿ ਇੱਕ ਤਰੀਕੇ ਦੇ ਨਾਲ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਨੇ, ਮਨੁੱਖੀ ਅਧਿਕਾਰਾਂ ਦੀ ਆਵਾਜ਼ ਬੁਲੰਦ ਕਰਦੇ ਨੇ। ਕਿਸਾਨਾਂ ਦੇ ਕੇਸ ਜਿਹੜੇ ਨੇ, ਕਿਸਾਨਾਂ ਦੇ ਵੱਲੋਂ ਇਹਨਾਂ ਨੂੰ ਨਿਯੁਕਤ ਕੀਤਾ ਗਿਆ, ਇਹਨਾਂ ਨੂੰ ਜਿਹੜਾ ਕਾਨੂੰਨੀ ਸਲਾਹਕਾਰ ਵਜੋਂ ਕਿਸਾਨਾਂ ਨੇ ਨਿਯੁਕਤ ਕੀਤਾ। ਇਸੇ ਕਰਕੇ ਅਸੀਂ RS ਬੈਂਸ ਸਾਹਿਬ ਨੂੰ ਤੁਹਾਡੇ ਰੂਬਰੂ ਕੀਤਾ ਤੇ ਇਹਨਾਂ ਤੋਂ ਜਾਣਕਾਰੀ ਲਈ ਕਿ ਕੇਂਦਰ ਦੇ ਕਾਨੂੰਨ ਤੇ ਪੰਜਾਬ ਦੇ ਖੇਤੀ ਬਿੱਲਾਂ ਦੇ ਵਿੱਚ ਕੀ ਫਰਕ ਹੈ। ਤੁਹਾਨੂੰ ਵਿਚਾਰ ਕਿਸ ਤਰ੍ਹਾਂ ਦੇ ਲੱਗੇ, ਕਮੈਂਟ ਕਰਕੇ ਜ਼ਰੂਰ ਦੱਸਿਓ। ਲੋਕਰੰਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।